सतनाम श्री वाहिगुरु साहिब जी। मेरे अंदर लोचा मिलन की, प्यारे हो क्यों पाई गुरपुरे। जे सो खेल खिलाइए बाप, बालक रह न सके बिन खीरे। मेरे अंतर भुख न उतरे, माली जे सो भोजन में नीरे। मेरे मन तन प्रेम बिरम का, बिन दर्शन क्यों मन तीरे। हर मेरो पिर हो हर की बहरिया, राम बड़े में तनक लहरिया। हर मेरो पिर हो हर की बहरिया,
कियो सिंगार मिलन के साई। हर नाम में जाके जीवन गुजारी। हर नाम में जाके जीवन गुजारी। हर नाम में जाके हर मेरो तेरो हर की हर मेरो बिरहा हर की बारिया। राम बसे मैं पलक लहारिया। हर मेरो बिरहा हर की बारिया। राम बसे मैं पलक लहारिया। राम बड़े राम बड़े में तनक लहारिया। राम बसे मैं तनक लहारिया। हर मेरो बिरहा हर की बारिया। राम बड़े में तनक लहारिया। तन फिरे के संग बसेरा। तन फिरे के संग बसेरा। तन फिरे के संग बसेरा। तेज एक मिलत नवेरा। एक एक मिलत नवेरा। हर मेरो बिरहा हर की बारिया। राम बड़े में तनक लहारिया। हर मेरो बिरहा बारिया। राम बसे मैं तनक लहारिया। राम बड़े में तनक लहारिया। राम बसे मैं तनक लहारिया। राम बड़े में तनक लहारिया। हर मेरो बिरहा हर की बारिया। राम बड़े में तनक लहारिया। ओ बिरहा हर की बारिया। राम बड़े में तनक लहारिया।
ਕਬੀਰ ਫਿਰ ਜਨਮ ਨ ਆਵੇ ਕਬੀਰ ਫਿਰ ਜਨਮ ਨ ਆਵੇ ਉਹ ਫਿਰ ਮਾਰੇ ਕੀ ਬਾਣੀਆ ਰਾਮ ਬਜੇ ਮੈਂ ਸਨਕ राखो अपनी शरण प्रभु मोहि कृपा तारे सेवा कछु ना जानो नीच मूर्ख रे मन करो तुद उपरे मेरे प्रीतम प्यारे हम अपराधी सद भूलते तुम बख्शण हारे रहाओ हम अपने करे संकर नीत तुम निर्गुण दाता रे दासी संगत प्रभु दासी संगत प्रभु त्याग ए कर्म हमारे तुम देवो सब कुछ दयातार हमारा कीर्तनारे लाग परे तेरे दाने स्यो न चित खस मारे तुते बाहर कुछ नहीं पाव काटन हारे कहो नानक शरण दया गुर ले कहो नानक शरण दया गुर ले हो मुक्त उधारे वाहिगुरु 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 वाहिगुरु
अनमोलत मेरी बिरता जानी अपना जन्म जपाया अपना नाम जपाया दुख नाटे सुख सहज माए अनदरद गुण गाया बाप अगर कट लीने अपने ग्रह रूप से माया वंदन काटे मित्र ध्यान मिलाया तुम शरणाई आया ठाकुर तुम शरणाई आया तुम शरणाई आया ठाकुर तुम शरणाई परम सत्कारयोग सतगुरां दी साजी और निवाजी गुरु प्यारी गुरु सवारी साध संगत जी रसना पवित्र करो गुरु महाराज जी दे नाल सांझ पाओ।
ਸਾਰੇ ਇੱਕ ਵਾਰੀ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ, ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ, ਤਾਂ ਜੋ ਗੁਰਮਤਿ ਵਿਚਾਰ ਆਪਣੇ ਹਿਰਦੇ ਅੰਦਰ ਵਸ ਸਕੇ। ਜਿਸ ਮਨੋਰਥ ਵਾਸਤੇ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਾਂ, ਸ਼ਬਦ ਔਰ ਵਿਚਾਰ ਨਾਲ ਜੁੜਨ ਦਾ ਉਹ ਮਨੋਰਥ ਪੂਰਾ ਹੋ ਸਕੇ। ਸੋ ਆਪਣਾ ਇੱਥੇ ਆਉਣ ਦਾ ਮਨੋਰਥ, ਇਕੱਠੇ ਹੋਣ ਦਾ ਮਨੋਰਥ, ਇੱਥੇ ਇਕੱਠੇ ਹੋਏ ਹਾਂ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੇ ਹਾਜ਼ਰੀਆਂ ਭਰਦੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ। ਇਸ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠੋ। ਗੁਰੂ ਪਾਤਸ਼ਾਹ ਨੇ ਆਪਣੇ ਲਈ ਇਸ ਪੋਹ ਦੇ ਮਹੀਨੇ ਦੇ ਕੜਕਦੀ ਠੰਡ ਦੇ ਵਿੱਚ ਕਿਤਨਾ ਕੁਛ ਕੀਤਾ। ਸਾਡੇ ਕਸ਼ਟ ਨਿਵਾਰਨ ਵਾਸਤੇ, ਮਾਨੋ ਸਾਰੀ ਦੁਨੀਆ ਦੇ ਕਸ਼ਟ ਆਪਣੇ ਉੱਪਰ, ਆਪਣੇ ਪਰਿਵਾਰ ਉੱਪਰ ਲੈ ਗਏ। ਸਾਨੂੰ ਉਜੜਿਆਂ ਨੂੰ ਵਸਾਉਣ ਵਾਸਤੇ ਆਪਣੀ ਰਾਜਧਾਨੀ ਵਰਗੀ ਅਨੰਦਪੁਰੀ ਛੱਡ ਕੇ ਆਪਣੇ 4 ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਇਹ ਸ਼ਾਨ ਸ਼ੌਕਤ ਵਾਲਾ ਜੀਵਨ ਤਿਆਗ ਦਿੱਤਾ। ਦੁਨੀਆ ਦਾ ਕਿਹੜਾ ਐਸਾ ਕਸ਼ਟ ਹੈ ਜਾਂ ਕਿਹੜਾ ਐਸਾ ਦੁੱਖ ਹੈ ਜਿਹੜਾ ਸਤਿਗੁਰੂ ਜੀ ਨੇ ਦੂਸਰੇ ਦੇ ਦੁੱਖ ਨਿਵਰਤ ਕਰਨ ਵਾਸਤੇ ਆਪ ਨਾ ਹਟਾਇਆ? ਕਿਹੜਾ ਐਸਾ ਤਿਆਗ ਹੈ, ਕਿਹੜੀ ਐਸੀ ਕੁਰਬਾਨੀ ਹੈ ਜਿਹੜੀ ਆਪਨੇ ਮਨੁੱਖਤਾ ਵਾਸਤੇ ਨਾ ਕੀਤੀ ਹੋਵੇ? ਤੇ ਸਤਿਗੁਰੂ ਜੀ ਇਸੇ ਪੋਹ ਦੇ ਮਹੀਨੇ ਦੇ ਵਿੱਚ ਹੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਪੈ ਜਾਂਦੇ ਨੇ ਕੰਢਿਆਂ ਤੇ। ਨਾਲ ਉਹਨਾਂ ਦੇ ਹਜ਼ੂਰੀ ਸੇਵਾਦਾਰ, ਨਾ ਹੀ ਉਹਨਾਂ ਸੀਸ ਤੇ ਤਾਜ, ਨਾ ਕੋਈ ਘੋੜਾ, ਨਾ ਕੋਈ ਬਾਜ, ਨਾ ਹੇਠ ਕੋਈ ਗਦੈਲਾ, ਨਾ ਸਰਦੀ ਤੋਂ ਬਚਣ ਵਾਸਤੇ ਕੋਈ ਕੰਬਲ, ਕੋਈ ਰਜਾਈ। ਹੇਠਾਂ ਸਤਰ ਵਿਛਾਏ ਹਨ, ਸਰਾਣੇ ਤੇ ਟਿੰਡ ਦਾ ਸਰਾਣਾ ਹੈ। ਹਵਾ ਦੇ ਨਾਲ ਦਰਖਤਾਂ ਦੀਆਂ ਟਹਿਣੀਆਂ ਹਿੱਲ ਰਹੀਆਂ ਨੇ, ਉਹ ਲੱਗ ਕੇ ਸਤਿਗੁਰੂ ਮੁਖਾਰਖੰਡ ਤੇ ਪੈ ਰਹੀਆਂ ਨੇ। ਸਤਿਗੁਰੂ ਜੀ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ, ਆਪਣਾ ਮਿੱਤਰ ਦੱਸ ਰਹੇ ਨੇ, ਉਹਦਾ ਸ਼ੁਕਰ ਕਰ ਰਹੇ ਨੇ। ਪਰ ਜੇ ਅਸੀਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਦੇ ਕੀਤੇ ਉਪਕਾਰਾਂ ਨੂੰ ਯਾਦ ਹੀ ਨਾ ਕਰ ਸਕੀਏ, ਬਲਕਿ ਹੁਣ ਤਾਂ ਕੋਈ ਸੱਥਰ ਨਹੀਂ, ਕੋਈ ਕੰਡੇ ਨਹੀਂ, ਸਾਡੇ ਸਿਰਾਂ ਦੇ ਉੱਪਰ ਕੋਈ ਤੇਲ ਦੀਆਂ ਬੂੰਦਾਂ ਨਹੀਂ ਟਪਕ ਰਹੀ। ਦੇਖੋ ਕਿੰਨੀ ਸਹੂਲਤ ਵਾਸਤੇ ਕਿੰਨੇ ਗੁਰੂ ਘਰ ਹੁੰਦੇ ਨੇ, ਬੈਠਣ ਵਾਸਤੇ ਗੱਦਰੀਆਂ, ਗਦੇਲੇ ਵਿਛੇ ਹੁੰਦੇ ਨੇ, ਪੈਡਿੰਗ ਵਿਛੀ ਹੁੰਦੀ ਹੈ। ਸੋ ਆਪਾਂ ਜਿਸ ਮਨੋਰਥ ਵਾਸਤੇ ਇਕੱਠੇ ਹੋਏ ਹਾਂ, ਆਪਣਾ ਮਨੋਰਥ ਸਿੱਧ ਕਰਨ ਵਾਸਤੇ ਸਤਿਗੁਰੂ ਜੀ ਚਰਨ ਸ਼ਰਨ ਵਿੱਚ ਆ ਕੇ ਆਓ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਹੀ ਯਾਦ ਕਰੋ ਉਹ ਵਕਤ ਜਦੋਂ ਅਨੰਦਪੁਰੀ ਨੂੰ ਘੇਰਾ ਪਿਆ। ਪਹਾੜੀ ਰਾਜਿਆਂ ਨੇ, ਮੁਗਲ ਹਾਕਮਾਂ ਨੇ ਨਾਕਾਬੰਦੀ ਕਰ ਛੱਡੀ। ਬਾਹਰੋਂ ਕੋਈ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਪਾਸ ਜਾ ਨਹੀਂ ਸਕਦਾ, ਰਾਸ਼ਨ ਬੰਦ ਹੋ ਗਿਆ, ਸਿੰਘਾਂ ਨੂੰ ਫਾਕੇ ਕੱਟਣੇ ਪੈ ਰਹੇ ਨੇ। ਭੁੱਖ ਦਾ ਦੁੱਖ ਜਿਹੜਾ ਕੋਈ ਸਾਧਾਰਨ ਦੁੱਖ ਨਹੀਂ ਮੰਨਿਆ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਜਿਹੜੇ ਜੀਵ ਦੁੱਖ ਭੋਗਦਾ, ਉਹਨਾਂ ਦੁੱਖਾਂ ਦਾ ਜ਼ਿਕਰ ਕੀਤਾ ਹੈ ਨਾ, ਉਹਨਾਂ ਵਿੱਚ ਭੁੱਖ ਦੀ ਦੁੱਖ ਦਾ ਵੀ ਜ਼ਿਕਰ ਕੀਤਾ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਰਦ। ਭਗਤ ਕਬੀਰ ਜੀ ਜੈਸੇ ਮਹਾਂਪੁਰਖ ਭੁੱਖ ਦੇ ਦੁੱਖ ਦੀ ਗੱਲ ਕਰ ਰਹੇ ਨੇ। ਭੁੱਖੇ ਭਗਤ ਨਾ ਕੀਜੈ। ਦੇਖੋ ਪਰਮੇਸ਼ਰ ਦੇ ਪਿਆਰੇ, ਉਹ ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਇਲਾਮਾ ਨਹੀਂ ਦਿੰਦੇ, ਕਦੇ ਗਿਲਾ ਨਹੀਂ ਕਰਦੇ। ਪਰ ਕਈ ਵਾਰ ਜਦੋਂ ਬਿਲਾਸ ਦੇ ਵਿੱਚ ਬਚਨ ਹੁੰਦੇ ਨੇ ਤਾਂ ਫਿਰ ਇਹਨਾਂ ਗੱਲਾਂ ਦਾ ਜ਼ਿਕਰ ਆ ਹੀ ਜਾਂਦਾ ਹੈ। हे ਪ੍ਰਭੂ, ਮੈਂ ਭੁੱਖਾ ਰਹਿ ਕੇ ਤੇਰੀ ਭਗਤੀ ਨਹੀਂ ਕਰ ਸਕਦਾ। ਜਦ ਮੰਗਿਆ ਭਗਤਾਂ ਨੇ ਪਰਮਾਤਮਾ ਦੇ ਪਾਸੋਂ, ਦਾਲ ਸੀਧਾ ਮੰਗੋ ਘੀਓ। ਪਰਮਾਤਮਾ ਦੇ ਪਾਸੋਂ ਇਹਦੀ ਜ਼ਿੰਦਗੀ ਦੇ ਬੁਨਿਆਦੀ ਜ਼ਰੂਰੀਆਤ ਨੇ। ਤਨ ਢਕਣ ਵਾਸਤੇ ਕੱਪੜਾ, ਛਕਣ ਵਾਸਤੇ ਭੋਜਨ, ਔਰ ਰਹਿਣ ਵਾਸਤੇ 2 ਗੱਜ ਦੀ ਥਾਂ, ਰਹਿਣ ਵਾਸਤੇ ਕੋਈ ਝੁੱਗੀ ਝਾਪੜੀ, ਕੋਈ ਮਕਾਨ, ਕੋਈ ਮਹੱਲ। ਇਹ ਚੀਜ਼ਾਂ ਪਰਮਾਤਮਾ ਦੇ ਪਾਸੋਂ, ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਭਗਤਾਂ ਨੇ ਮੰਗੀ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ।
पनिया छादन नीका अनाज मगो सत सी का गो भैस मागो लावेरी एक ताजन तुरी चंगेरी घर की गई है चंगी जन धन्ना ले भगत धन्ना जी दे मन दे विच कोई लोभ नहीं है प्रभात दे पासों दुनिया दे ऐश आराम मंग रहे ने बस वो कुछ मंग रहे ने जेड़ा जरूरी है इस जीवन वास्ते भगत कबीर जी भी उस परमात्मा नु काल पुरख वाहिगुरू नु मुखा की कह रहे ने हे प्रभु मैं भुखा रह के तेरी भक्ति नहीं कर सकता जे भुखे दे पासों भक्ति करानी है फिर सांभ अपनी माला भुखे भगत ना कीजै यह माला अपनी लीजै हो मांगो संतन रेना मैं नाही किसी का देना माधो कैसी बने तुम संगे ये प्रभु तेरे नाल किवें बना सकदे ये तो मेरी जिंदगी दी बुनियादी जरूरत ने जे तू नहीं देवेगा तो मैं मांग के ले लूंगा आप न देहो ता लेवो मंगे रहो दो सिर मांगो चूना पाओ कियो संग लूना अध शेर मांगो दाले मौको दोनों वक्त जीवाले खाट मांगो चौपाई सिरहाना अवर तलाई ऊपर को मांगो खींदा तेरी भगत करया जन थींदा मैं नाही कीता लब्बो एक नाव तेरा मैं फब्बो कहा कबीर मन मान्या तो जग जागे तो हर जन मैनू भी प्यारा तो तेरा नाम ही लगता है पर जो ए पदार्थ तेरे पासों मंगे ने ये भी मेरिया जरूरतां ने इन्हां तो बगैर भी जीवन चलदा नहीं साध संगत भगतन ने भी भोजन मंगया वे भुखे रह के परमेश्वर की भक्ति नहीं कर सकते फिर भुखे रह के जंग किवें लड़िया जा सकता ते साध संगत ठीक है सतगुरु जी ने अपने खालसे दे पर बहुत वड्डियां बख्शिशां कीतियां ने खालसे की परीक्षा भी हो रही है क्योंकि गुरु पीर सतपुरुष हमेशा इम्तिहान का परचा पाउंदे ही पाउंदे मर जीवड़े पास होंदे ने कबीर कसौटी राम की झूठा टिके ना कोई राम कसौटी जो सहे जो मर जीवा होए जदों लगदी है राम कसौटी जदों लगदी है राम कसौटी पार मत पार जीवड़े प्यारियो पार मत पार जीवड़े जदों लगदी है राम कसौटी जदों लगदी है राम कसौटी पार मत पार जीवड़े प्यारे हो पार मत पार जीवड़े
ਸਾਧ ਸੰਗਤ ਭੁੱਖ ਦਾ ਦੁੱਖ ਜਦੋਂ ਬਹੁਤ ਸਾਰੇ ਸਿੰਘਾਂ ਦੇ ਪਾਸੋਂ ਬਰਦਾਸ਼ਤ ਨਾ ਹੋਇਆ, ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਸ਼ੁਰੂ ਕਰ ਦਿੱਤੀਆਂ। ਬਿਮਾਰ ਹੈ, ਭੁੱਖੇ ਰਹਿ ਗਏ ਤਾਂ ਅਸੀਂ ਜੰਗ ਲੜ ਨਹੀਂ ਸਕਦੇ। ਜੰਗ ਕਰਨ ਵਾਸਤੇ ਸਰੀਰਕ ਬਲ ਦੀ ਜ਼ਰੂਰਤ ਹੈ। ਜਦੋਂ ਭੋਜਨ ਹੀ ਨਹੀਂ ਮਿਲੂਗਾ ਫਿਰ ਸਰੀਰ ਦੇ ਵਿੱਚ ਬਲ ਕਿੱਥੋਂ ਆਊਗਾ? ਸੋ ਆਪ ਇੱਕ ਵਾਰ ਸਾਨੂੰ ਛੁੱਟੀਆਂ ਬਖਸ਼ ਦਿਓ ਅਨੰਦਪੁਰ ਤੋਂ। ਅਸੀਂ ਬਾਹਰ ਤਾਂ ਜਾ ਹੀ ਸਕਦੇ ਹਾਂ ਨਾ, ਬਾਹਰ ਜਾਣ ਵਾਸਤੇ ਤਾਂ ਕੋਈ ਬੰਦਿਸ਼ ਨਹੀਂ। ਫਿਰ ਅੱਛੇ ਖੁਰਾਕਾਂ ਖਾ ਕੇ ਰਿਸ਼ਟ ਪ੍ਰਿਸ਼ਟ ਹੋ ਕੇ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ, ਹੁਣ ਤੱਕ ਤੁਸੀਂ ਦੁੱਖ ਔਰ ਭੁੱਖ ਦੋਨੋਂ ਬਰਦਾਸ਼ਤ ਕੀਤੀ ਹੈ, ਫਿਰ ਥੋੜਾ ਚਿਰ ਦੀ ਖੇਡ ਹੈ, ਥੋੜਾ ਧੀਰਜ ਰੱਖੋ। ਇਹ ਦੁਸ਼ਟਾਂ ਨੇ ਝੱਕ ਮਾਰ ਕੇ ਆਪਣੇ ਆਪ ਹੀ ਅਨੰਦਪੁਰ ਦਾ ਕਿਲਾ ਛੱਡ ਕੇ ਇਥੋਂ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਣਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਚਨ ਯਾਦ ਰੱਖੋ, ਇਹ ਦੁੱਖ ਦਾਰੂ ਬਣ ਕੇ ਸਾਹਮਣੇ ਆਉਂਦਾ ਹੈ। ਤੁਹਾਨੂੰ ਦੋਨਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੋਣਗੇ। ਤੇਰੇ ਦੁੱਖਾਂ ਦੀ ਬਣੂਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ। ਤੇਰੇ ਦੁੱਖਾਂ ਦੀ ਬਣੂਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ। ਤਾਂ ਸਾਧ ਸੰਗਤ ਇੱਧਰ ਪਹਾੜੀ ਮੁਗਲ ਹਾਕਮਾਂ ਨੇ ਸੋਚਿਆ ਕਿ ਸਿੱਖ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਕਿ ਸਾਡੇ ਪਾਸ ਲੱਖਾਂ ਦੀ ਗਿਣਤੀ ਦੇ ਵਿੱਚ ਸੈਨਾ ਹੈ, ਸਾਡੇ ਪਾਸ ਇਤਨੇ ਸਾਧਨ ਨੇ, ਤੇ ਸਤਿਗੁਰੂ ਜੀ ਦੇ ਪਾਸ ਕੇਵਲ ਗਿਣਤੀ ਦੇ ਸਿੱਖ ਨਾ। ਹੁਣ ਤੱਕ ਅਸੀਂ ਇਹਨਾਂ ਨੂੰ ਜੰਗ ਵਿੱਚ ਹਰਾ ਸਕੇ ਹਾਂ, ਨਾ ਜਿਸ ਮਨੋਰਥ ਵਾਸਤੇ ਅਸੀਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ।
ਨਾ ਉਹਨਾਂ ਨੂੰ ਗ੍ਰਿਫਤਾਰ ਕਰ ਸਕੇ। ਜੇ ਹੋਰ ਕੋਈ ਚਾਰਾ ਨਹੀਂ ਚੱਲਦਾ, ਆਪਾਂ ਬੇਈਮਾਨੀ ਦਾ ਸਹਾਰਾ ਨਾ ਲੈ ਲਈਏ। ਤੇ ਸਾਧ ਸੰਗਤ ਉਹਨਾਂ ਨੇ ਆਪਣੇ ਦੂਤ ਭੇਜਣੇ ਸ਼ੁਰੂ ਕਰ ਦਿੱਤੇ ਕਿ ਮਹਾਰਾਜ ਆਪ ਆਪਣੀ ਇੱਕ ਵਾਰੀ ਅਨੰਦਪੁਰੀ ਛੱਡ ਦਿਓ, ਅਸੀਂ ਵੀ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਈਏ, ਔਰੰਗਜ਼ੇਬ ਨੂੰ ਕਹਿ ਸਕੀਏ ਕਿ ਬਈ ਅਸੀਂ ਗੁਰੂ ਜੀ ਦੇ ਪਾਸੋਂ ਅਨੰਦਪੁਰੀ ਖਾਲੀ ਕਰਵਾ ਲਈ। ਜਿੱਧਰ ਵੀ ਤੁਹਾਡੀ ਇੱਛਾ ਹੋਵੇਗੀ ਤਾਂ ਤੁਹਾਨੂੰ ਜਾਣ ਦਿੱਤਾ ਜਾਵੇਗਾ ਪੂਰੀ ਹਿਫਾਜ਼ਤ ਦੇ ਨਾਲ। ਫਿਰ ਜਦੋਂ ਅਸੀਂ ਆਪਣਾ ਘੇਰਾ ਚੱਕ ਲਵਾਂਗੇ, ਜਦੋਂ ਤੁਹਾਡੀ ਇੱਛਾ ਹੋਈ, ਤੁਹਾਡੀ ਖੁਸ਼ੀ ਹੋਈ, ਫਿਰ ਆ ਕੇ ਵਾਪਸ ਆਪਣੇ ਅਨੰਦਪੁਰ ਸਾਂਭ ਲੈਣਾ। ਇਹਨਾਂ ਨੇ ਸੌ ਸੁਗੰਧਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਤਿਹਾਸ ਵਿੱਚ ਇੱਕ ਐਸਾ ਵੀ ਜ਼ਿਕਰ ਆਉਂਦਾ ਕਿ ਜਿਹੜੇ ਪਹਾੜੀ ਰਾਜੇ ਸਨ, ਉਹਨਾਂ ਨੇ ਕਾਟੇ ਦੀ ਗਊ ਬਣਾ ਕੇ ਭੇਜੀ, ਬ੍ਰਾਹਮਣ ਨੂੰ ਭੇਜਿਆ ਕਿ ਮਹਾਰਾਜ ਅਸੀਂ ਗਊ ਦੀ ਸਹੁੰ ਖਾਂਦੇ ਹਾਂ, ਤੁਸੀਂ ਇੱਕ ਵਾਰੀ ਅਨੰਦਪੁਰੀ ਛੱਡ ਦਿਓ, ਫਿਰ ਵਾਪਸ ਆ ਕੇ ਤੁਸੀਂ ਅਨੰਦਪੁਰੀ ਸਾਂਭ ਲੈਣੀ। ਜਿਹੜੇ ਮੁਗਲ ਸਨ, ਉਹਨਾਂ ਨੇ ਇੱਕ ਮੌਲਵੀ ਨੂੰ ਭੇਜਿਆ ਵੀ ਅਸੀਂ ਕੁਰਾਨ ਦੀ ਸੁਗੰਧ ਖਾਂਦੇ ਹਾਂ, ਇੱਕ ਵਾਰ ਆ ਕੇ ਅਨੰਦਪੁਰੀ ਖਾਲੀ ਕਰ ਦਿਓ, ਫਿਰ ਆ ਕੇ ਆਪਣਾ ਫਿਰ ਡੇਰਾ ਲਾ ਲਿਓ, ਅਸੀਂ ਅੱਗੇ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਕਿਲਾ ਖਾਲੀ ਕਰਵਾ ਲਿਆ। ਜਦੋਂ ਤੁਹਾਡੀ ਇੱਛਾ ਹੋਵੇਗੀ ਫਿਰ ਆ ਕੇ ਆਪਣੇ ਅਨੰਦਪੁਰੀ ਸਾਂਭ ਲੈਣੀ। ਤੇ ਸਾਧ ਸੰਗਤ ਸਤਿਗੁਰੂ ਜੀ ਦਰਅਸਲ ਜਿਹੜੀ ਮਹਿਮਾਨੀ ਸੀ ਨਾ ਉਹਨਾਂ ਦੀ, ਉਹ ਭਲੀ ਪ੍ਰਕਾਰ ਜਾਣਦੇ ਸਨ, ਕਿਉਂਕਿ ਸੰਸਾਰ ਦੇ ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਪਰ ਜਿਨ੍ਹਾਂ ਨੇ ਓਟ ਤੱਕੀ ਉਸ ਪਰਮਾਤਮਾ ਦੀ, ਉਸ ਗਿਆਨ ਦੀ, ਉਸ ਸਮਝ ਦੀ, ਤਾਕੋ ਧੋਖਾ ਕਹਾ ਪਿਆਪੇ ਜਾਕੋ ਓਟ ਤੁਹਾਰੀ, ਉਹਨਾਂ ਨੂੰ ਕੌਣ ਧੋਖਾ ਦੇ ਸਕਦਾ ਜਿਨ੍ਹਾਂ ਨੇ ਉਸ ਗਿਆਨ ਨੂੰ ਆਪਣੇ ਜ਼ਿਹਨ ਦੇ ਵਿੱਚ ਬਿਠਾਇਆ ਹੋਇਆ। ਉਹਨਾਂ ਕੌਣ ਠੱਗ ਸਕਦਾ ਹੈ? ਨਾ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਸਿਮਰਨ ਮਾਹੇ। ਗੁਰੂ ਸਾਹਿਬ ਤਾਂ ਜਾਣਦੇ ਸਨ, ਪਰ ਸਿੱਖ ਟਪਲਾ ਖਾ ਗਏ ਕਿ ਵੀ ਸਹੁੰ ਖਾ ਰਹੇ ਨੇ, ਗਊ ਦੀ ਸਹੁੰ ਖਾ ਰਹੇ ਨੇ, ਕੁਰਾਨ ਦੀ ਸਹੁੰ ਖਾ ਰਹੇ ਨੇ, ਹੁਣ ਤਾਂ ਆਪਾਂ ਨੂੰ ਨਗਰੀ ਛੱਡ ਦੇਣੀ ਚਾਹੀਦੀ। ਸਾਧ ਸੰਗਤ ਬੜਾ ਲੰਬਾ ਇਤਿਹਾਸ ਹੈ। ਕਈ ਵਾਰ ਆਪਨੇ ਸੁਣਿਆ ਹੋਵੇਗਾ ਕਿ ਇੱਕ ਵਾਰ ਸਤਿਗੁਰੂ ਜੀ ਨੇ ਇਹਨਾਂ ਨੂੰ ਦਿਖਾ ਵੀ ਦਿੱਤਾ, ਉਹਨਾਂ ਦੀ ਬੇਈਮਾਨੀ ਜ਼ਾਹਿਰ ਕਰ ਵੀ ਦਿੱਤੀ, ਪਰ ਫਿਰ ਉਹਨਾਂ ਨੇ ਤਰਲੇ ਕਰਨੇ ਸ਼ੁਰੂ ਕਰ ਦਿੱਤੇ। ਉਸੇ ਤਰ੍ਹਾਂ ਫਿਰ ਸਹੁੰਆਂ ਚੁੱਕਣੇ ਸ਼ੁਰੂ ਕਰ ਦਿੱਤੀਆਂ। ਫਿਰ ਸਿੰਘ ਉਹਨਾਂ ਦੇ ਗੱਲਾਂ ਵਿੱਚ ਆ ਗਏ। ਜਦੋਂ ਸਤਿਗੁਰੂ ਜੀ ਨੂੰ ਬਾਰ-ਬਾਰ ਮਜਬੂਰ ਕਰ ਦਿੱਤਾ ਕਿ ਆਪਾਂ ਨੂੰ ਅਨੰਦਪੁਰੀ ਛੱਡ ਦੇਣੀ ਚਾਹੀਦੀ ਹੈ, ਅਖੀਰ ਸਤਿਗੁਰੂ ਜੀ ਕਹਿਣ ਲੱਗੇ ਕਿ ਸਿੰਘੋ ਇੱਕ ਸ਼ਰਤ ਤੇ ਤੁਹਾਨੂੰ ਛੁੱਟੀ ਮਿਲ ਸਕਦੀ ਹੈ। ਕਿ ਮਹਾਰਾਜ ਦੱਸੋ। ਕਿ ਸਤਿਗੁਰੂ ਜੀ ਕਹਿਣ ਲੱਗੇ ਕਿ ਬੇਦਾਵਾ ਲਿਖ ਦੋ ਕਾਗਜ਼ ਦੇ ਉੱਪਰ ਕਿ ਕਲਗੀਆਂ ਵਾਲੇ ਸਤਿਗੁਰ ਅਸੀਂ ਤੇਰੇ ਸਿੱਖ ਨੇ, ਤੂੰ ਸਾਡਾ ਗੁਰੂ। ਤੇ ਸਾਧ ਸੰਗਤ ਜਦੋਂ ਬੇਦਾਵੇ ਦਾ ਨਾਮ ਸੁਣਿਆ, ਇਹਨਾਂ ਤਰੇਲੀਆਂ ਆ ਗਈਆਂ ਕਿ ਹੁਣ ਗੁਰੂ ਤੋਂ ਬੇਮੁਖ ਹੋ ਜਾਈਏ। ਪਰ ਭੁੱਖ ਐਸੀ ਬਲਾ ਹੈ, ਭਗਤ ਫਰੀਦ ਜੀ ਜਿਨ੍ਹਾਂ ਨੇ ਤਪ ਕੀਤਾ ਬੈਠ ਕੇ, ਫਰੀਦਾ ਰੋਟੀ ਮੇਰੀ ਕਾਟ ਕੀ, ਫਰੀਦਾ ਰੋਟੀ ਖਾ ਲਈ, ਕਿਸੇ ਨੇ ਪੁੱਛਣਾ, ਉਹਨੇ ਕਹਿਣਾ ਕਿ ਕੁਝ ਖਾ ਲਈ ਬਾਕੀ ਪੇਟ ਨਾ ਬੰਨ ਛੱਡੀਏ, ਜਾਂ ਫਿਰ ਰੋਟੀ ਬਣਾ ਕੇ ਪੇਟ ਨਾ ਬੰਨ ਲੈਣੀ, ਸੁੱਕ ਕੇ ਲੱਕੜ ਵਰਗੀ ਹੋ ਜਾਣੀ। ਜਦੋਂ ਭੁੱਖ ਲੱਗਣੀ, ਜਦੋਂ ਬਹੁਤ ਜ਼ਿਆਦਾ ਭੁੱਖ ਲੱਗਣੀ ਤਾਂ ਉਹਦੇ ਚੱਕ ਮਾਰ ਲੈਣਾ। ਫਰੀਦਾ ਰੋਟੀ ਮੇਰੀ ਕਾਟ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘੜੇ ਸਹਿਣ ਕੀਤਾ। ਉਹ ਫਰੀਦ ਜਿਸ ਨੇ ਭੁੱਖਾ ਰਹਿ ਕੇ ਤਪ ਕੀਤਾ, ਉਹ ਫਰੀਦ ਜੀ ਆਪਣਾ ਐਕਸਪੀਰੀਅੰਸਿਸ ਆਪਣੇ ਮੁਰੀਦਾਂ ਦੇ ਨਾਲ ਸ਼ੇਅਰ ਕਰ ਰਹੇ ਨੇ ਕਿ ਭੁੱਖ ਤਾਂ ਜਿਹੜੀ ਹੈ ਮੌਤ ਨਾਲ ਬੁਰੀ ਹੈ। ਮੌਤ ਤਾਂ ਜੀਵ ਨੂੰ ਇੱਕ ਵਾਰੀ ਆਉਂਦੀ ਹੈ, ਪਰ ਭੁੱਖ ਨੇ ਤਾਂ ਬਾਰ-ਬਾਰ ਸਤਾਉਣਾ ਹੈ। ਰਾਤੀ ਸੁੱਤੇ ਖਾਏ ਗਏ, ਭਲਕੇ ਫੇਰ ਖੜੀ। ਤੇ ਸਾਧ ਸੰਗਤ ਉਹਨਾਂ ਸਿੰਘਾਂ ਦੇ ਪਾਸੋਂ ਬੇਦਾਵਾ ਲਿਖਵਾ ਲਿਆ, ਲਿਖਤਾ ਕਲਗੀਆਂ ਵਾਲੇ ਸਤਿਗੁਰੂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਕਹਿੰਦੇ ਬੇਦਾਵੇ ਵਾਲੇ ਕਾਗਜ਼ ਦੇ ਉੱਪਰ ਸਭ ਤੋਂ ਪਹਿਲਾਂ ਸਾਈਨ ਕੀਤੇ ਮਾਂ ਸਿੰਘ ਨੇ, ਦੇ ਕੇ 5 7 20 ਸੈਂਕੜੇ ਦੀ ਗਿਣਤੀ ਉਸ ਬੇਦਾਵੇ ਦੇ ਉੱਪਰ ਸਾਈਨ ਕੀਤੇ। ਉਹ ਬੇਦਾਵਾ ਸੌਂਪ ਦਿੱਤਾ ਗੁਰੂ ਸਾਹਿਬ ਨੂੰ। ਸਤਿਗੁਰੂ ਜੀ ਜਾਣਦੇ ਨੇ ਕਿ ਸਾਡੇ ਭੁੱਲੜ ਸਿੱਖ ਨੇ, ਕਿ ਦੁੱਖ ਦੇ ਭੁੱਖੋਂ ਇਹਨਾਂ ਨੇ ਬੇਦਾਵਾ ਤਾਂ ਲਿਖ ਦਿੱਤਾ ਹੈ, ਪਰ ਜਦੋਂ ਇਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਣਾ ਹੈ, ਫਿਰ ਇਹਨਾਂ ਨੇ ਪਛਤਾਵਾ ਕਰਨਾ।
ਵਾਪਸ ਆ ਕੇ ਸਾਡੇ ਤੋਂ ਆਪਣੀ ਇਮਾਨਤ ਜ਼ਰੂਰ ਮੰਗਣੀ। ਸਾਂਭ ਕੇ ਰੱਖ ਲਿਆ ਬਾਬੇ ਦਾਵਾ ਸਤਿਗੁਰੂ ਜੀ ਨੇ। ਇਹ ਬੇਮੁਖ ਹੋ ਕੇ ਚਲੇ ਗਏ। ਤੇ ਸਾਧ ਸੰਗਤ ਬਹੁਤ ਵਾਰ, ਕਈ ਵਾਰ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਆਪਣੇ ਮਨ ਦੇ ਵਿੱਚ ਨਫ਼ਰਤ ਆ ਜਾਂਦੀ ਕਿ ਕਿਹੋ ਜਿਹੇ ਸਿੱਖ ਸਨ ਇਹ, ਜਿਹੜੇ ਸਤਿਗੁਰੂ ਜੀ ਨੇ ਇਸ ਹਾਲਤ ਦੇ ਵਿੱਚ ਛੱਡ ਗਏ। ਜਦੋਂ ਅਨੰਦਪੁਰ ਨੂੰ ਘੇਰਾ ਪਿਆ, ਰਾਸ਼ਨ ਆ ਨਹੀਂ ਸੀ ਸਕਦਾ। ਭੁੱਖ ਦੇ ਦੁੱਖੋਂ ਕੇਵਲ ਐਸਾ ਤਾਂ ਨਹੀਂ ਕਿ ਜਿਨ੍ਹਾਂ ਨੇ ਬਿਦਾਵਾ ਲਿਖਿਆ ਹੈ ਉਹੀ ਆਦਰ ਸਨ, ਜਿਹੜੇ ਬਾਕੀ ਦੇ ਮਰ ਜੀਵੜੇ ਸਿੰਘ, ਉਹਨਾਂ ਨੂੰ ਭੁੱਖ ਹੀ ਨਹੀਂ ਸੀ ਲੱਗਦੀ। ਇਸ ਕਰਕੇ ਸਾਰੇ ਵਿਆਕੁਲ ਸਨ। ਉਸ ਹਾਲਤ ਦੇ ਵਿੱਚ ਇਹਨਾਂ ਨੇ ਕੀ ਕੀਤਾ? ਸਾਹਿਬ ਸੰਕਟ ਹੈ, ਸੇਵਕ ਭੱਜੈ। ਮਾਲਕ ਤੇ ਹੋਏ ਸੰਕਟ ਦੇ ਵਿੱਚ ਔਰ ਸੇਵਕ ਸੁਆਮੀ ਨੂੰ ਛੱਡ ਕੇ ਚਲਿਆ ਜਾਵੇ। ਇਹ ਕਿੱਧਰੋਂ ਦੀ ਵਫਾਦਾਰੀ ਹੈ? ਸਾਹਿਬ ਸੰਕਟ ਹੈ, ਸੇਵਕ ਭੱਜੈ, ਚਿਰੰਕਾਰ ਨਹੀਂ ਜੀਵੇ। ਆਪਣੇ ਮਨ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਨਫ਼ਰਤ ਆ ਜਾਂਦੀ ਹੈ ਤੇ ਸਾਧ ਸੰਗਤ ਥੋੜੇ ਸਮੇਂ ਵਾਸਤੇ ਆਪਾਂ ਉਹਨਾਂ ਦੀ ਗਲਤੀ ਛੱਡ ਕੇ ਆਪਣੇ ਅੰਦਰ ਜੇ ਝਾਤੀ ਮਾਰ ਕੇ ਵੇਖੀਏ ਕਿ ਆਪਾਂ ਕਿੱਥੇ ਖੜੇ ਹਾਂ। ਉਹਨਾਂ ਨੇ ਤਾਂ ਭੁੱਖ ਦੇ ਦੁੱਖੋਂ ਹੋ ਕੇ ਬਿਦਾਵਾ ਲਿਖ ਦਿੱਤਾ, ਠੀਕ ਹੈ, ਗੁਰੂ ਤੋਂ ਬੇਮੁਖ ਹੋ ਗਏ। ਤੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਬਈ ਆਪਣਾ ਸ਼ੁਮਾਰ, ਆਪਣਾ ਦਰਜਾ ਸਨਮੁਖਾਂ ਦੇ ਵਿੱਚ ਹੈ। ਸਨਮੁਖ ਦੀ ਪਰਿਭਾਸ਼ਾ ਕੀ ਹੈ? ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ। ਗੁਰ ਕੇ ਚਰਨ ਹਿਰਦੇ ਧੈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨ ਜਾਣਾ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹਦੇ ਸਨਮੁਖ ਦੀ ਪਰਿਭਾਸ਼ਾ ਸਾਡਾ ਸ਼ੁਮਾਰ। ਅਸੀਂ ਕਿਤੇ ਗੁਰੂ ਨਾਲ ਜੁੜੇ ਜਾਂ ਅਸੀਂ ਬੇਮੁਖ ਹੋਏ ਹੋਏ ਹਾਂ। ਆ ਕੇ ਗੁਰੂ ਵੱਲ ਪਿੱਠ ਕਰ ਲਈ। ਜਿਹਨੇ ਗੁਰੂ ਦਾ ਬਚਨ ਨਹੀਂ ਮੰਨਿਆ, ਜਿਹਨੇ ਗੁਰੂ ਦੇ ਉਪਕਾਰ ਯਾਦ ਨਹੀਂ ਰੱਖੇ, ਕਿਉਂ ਭੁਲਾ ਦਿੱਤਾ ਗੁਰੂ ਦੀ ਕਰਨੀ ਕਮਾਈ ਨੂੰ, ਉਹਨਾਂ ਦਾ ਦਰਜਾ ਬੇਮੁਖਾਂ ਦੇ ਵਿੱਚ। ਸਤਿਗੁਰੂ ਜੀ ਦਾ ਸਾਨੂੰ ਅੰਮ੍ਰਿਤ ਦੀ ਮਹਾਨ ਦਾਤ ਬਖਸ਼ੀ। ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਏ। ਪਰ ਸਾਨੂੰ ਅੰਮ੍ਰਿਤ ਹੁਣ ਕੋੜਾ ਲੱਗਦਾ। ਅੰਮ੍ਰਿਤ ਕੋੜਾ ਵਿਖਿਆ ਮਿੱਠੀ, ਹਾਂ ਸਾਖਤ ਕੀ ਵਿਦ ਨੈਣੋ ਡੀਠੀ। ਹਾਂ, ਸਤਿਗੁਰੂ ਜੀ ਨੇ ਸਾਨੂੰ ਖਾਸ ਰੂਪ ਬਖਸ਼ਿਆ, ਆਪਣਾ ਖਾਸ ਰੂਪ ਕਹਿ ਕੇ ਨਵਾਜਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋ ਸਦ ਸਦ ਸੰਗਾ। ਸਤਿਗੁਰੂ ਜੀ ਦਾ ਆਪਣੇ ਖਾਲਸੇ ਨੂੰ ਕਹਿ ਰਹੇ ਨੇ ਕਿ ਮੇਰਾ ਇਸ਼ਟ ਹੈ, ਮੇਰਾ ਪਿਆਰਾ ਹੈ। ਖਾਲਸਾ ਮੇਰੋ ਇਸ਼ਟ ਸਹਿਰਦ, ਖਾਲਸਾ ਮੇਰੋ ਕਈਤ ਬਿਰਦ। ਕਿ ਸਤਿਗੁਰੂ ਜੀ ਨੇ ਤਾਂ ਆਪਣੇ ਖਾਲਸੇ ਤੇ ਉੱਪਰ ਮਾਣ ਕਰ ਰਹੇ ਨੇ। ਉਹ ਖਾਲਸੇ ਤੋਂ ਇਹ ਆਸ ਰੱਖ ਰਹੇ ਨੇ ਕਿ ਸਾਡਾ ਸਾਜਾ ਖਾਲਸਾ ਸਾਡੇ ਸਰੂਪ ਦੀ ਸੰਭਾਲ ਰੱਖੇਗਾ। ਜੇ ਅਸੀਂ ਖਾਲਸੇ ਨੂੰ ਰਹਿਤਾ ਬਹਿਤਾ ਬਖਸ਼ੇ ਨਹੀਂ, ਉਹ ਰਹਿਤਾ ਦੇ ਉੱਪਰ ਖੜਾ ਹੋਣਾ ਕਿ ਮੇਰਾ ਸਿੱਖ ਇतना ਰਹਿਤਾ ਦੇ ਉੱਪਰ ਖੜਾ ਹੋਣਾ। ਰਹਿਤਾ ਸਿਰਫ ਉਹੀ ਨਹੀਂ ਹੈ ਜੋ ਆਪ ਹੁਣ ਚੱਲ ਰਹੇ ਨੇ। ਪੁਰਾਣੇ ਸਮੇਂ ਦੇ ਉੱਪਰ ਪੁਰਾਣੀਆਂ ਰਹਿਤਾਂ ਚੱਲਦੀਆਂ ਸੀ, ਹੁਣ ਨਵੀਆਂ ਰਹਿਤਾਂ ਨੇ। ਸਮੇਂ ਦੇ ਅਨੁਸਾਰ ਰਹਿਤਾਂ ਨੂੰ ਬਦਲਿਆ ਜਾਂਦਾ ਹੈ। ਇਹ ਆਪਣੀ ਪਹਿਚਾਣ ਨੂੰ ਕਾਇਮ ਰੱਖੇਗਾ। ਪਰ ਜੋ ਬੇਸਿਕ ਸਾਡੀਆਂ ਰਹਿਤਾਂ ਕੀ ਨੇ? ਪੰਜ ਕਕਾਰ ਧਾਰਨ ਕਰਨੇ, ਦਸਤਾਰ ਵਧੀਆ ਤੋਂ ਵਧੀਆ ਸਜਾਉਣੀ। ਕਿਵੇਂ ਦੀ ਸਜਾਉਣੀ? ਇਹ ਹਰ ਇੱਕ ਦਾ ਆਪਣਾ ਜੋ ਵੀ ਮਨ ਹੈ ਜਿਵੇਂ ਦੀ ਮਰਜ਼ੀ ਸਜਾ ਸਕਦਾ। ਕਿਸੇ ਨੂੰ ਨਾ ਕਿਸੇ ਨੂੰ ਰੋਕਣ ਦਾ ਹੱਕ ਹੈ ਤੇ ਨਾ ਕਿਸੇ ਤੋਂ ਪੁੱਛਣ ਦੀ ਲੋੜ ਹੈ ਕਿ ਵੀ ਮੈਂ ਕਿਵੇਂ ਦੀ ਦਸਤਾਰ ਸਜਾਵਾਂ। ਜਿਵੇਂ ਦੀ ਮਨ ਕਰਦਾ ਉਵੇਂ ਦੀ ਦਸਤਾਰ ਸਜਾਵੇ ਇਨਸਾਨ। ਪਰ ਆਪਣੇ ਅਸੂਲਾਂ ਨੂੰ ਵੇਖੇ ਕਿ ਮੈਂ ਜਿਸ ਨੂੰ ਮੰਨਦਾ ਹਾਂ ਕਿ ਮੈਂ ਉਸ ਤੇ ਚੱਲ ਰਿਹਾ ਹਾਂ,
ਕਿ ਅਸੀਂ ਉਹਨਾਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਗਿਆਨ ਬਹੁਤ ਵੱਡਾ ਹੈ, ਬਹੁਤ ਵੱਡਾ ਸਾਗਰ ਹੈ। ਇਹਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਲਿਖੀਆਂ ਨੇ ਜਿਹੜੀਆਂ ਅਸੀਂ ਬਿਲਕੁਲ ਨਹੀਂ ਮੰਨਣਯੋਗ, ਪਰ ਸੁਸਾਇਟੀ ਨੂੰ ਦੇਖਦੇ, ਸੁਸਾਇਟੀ ਦੀਆਂ ਸੋ ਕੋਲਡ ਗੱਲਾਂ ਦੇਖ ਕੇ ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ, ਪਰ ਅਸੀਂ ਗੁਰੂ ਦੀਆਂ ਗੱਲਾਂ ਨੂੰ ਨਹੀਂ ਮੰਨਦੇ, ਕਿਉਂਕਿ ਸਾਡੀ ਆਪਣੀ ਆਕੜ ਹੀ ਉਹਨਾਂ ਗੱਲਾਂ ਦੇ ਵਿੱਚ ਅਟਕੀ ਰਹਿੰਦੀ ਹੈ ਕਿ ਜੋ ਅਸੀਂ ਸੋਚ ਲਿਆ, ਜੋ ਅਸੀਂ ਕਹਿੰਦੇ ਆ ਸਿਰਫ ਓਨਾ ਹੀ ਆ, ਉਸ ਤੋਂ ਵੱਧ ਕੇ ਨਾ ਸਾਨੂੰ ਗਿਆਨ ਦੇਵੇ ਤੇ ਨਾ ਅਸੀਂ ਕਿਸੇ ਤੋਂ ਗਿਆਨ ਲੈਣਾ ਚਾਹੁੰਦੇ ਤੇ ਨਾ ਅਸੀਂ ਕੋਈ ਨਵੀਂ ਗੱਲ ਸਮਝਣਾ ਚਾਹੁੰਦੇ। ਹਾਂ, ਕੁਝ ਗੱਲਾਂ ਹੁੰਦੀਆਂ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਜਿਵੇਂ ਕੋਈ ਟੀਚਰ ਆ, ਹੁਣ ਕੋਈ ਟੀਚਰ ਆ, ਕਈ ਟੀਚਰ ਹੁੰਦੇ ਆ ਕਿ ਸ਼ਰਾਬ ਵੀ ਪੀਂਦੇ ਨੇ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਉਹ ਤੋਂ ਗਿਆਨ ਲੈਣਾ, ਮੈਂ ਉਹ ਤੋਂ ਸਾਇੰਸ ਨਹੀਂ ਪੜ੍ਹਨੀ, ਮੈਥ ਨਹੀਂ ਪੜ੍ਹਨਾ, ਮੋਸਟ ਪ੍ਰੋਬ ਨਹੀਂ ਕਹਿ ਸਕਦੇ। ਅੱਧ ਕਹਿ ਲਈ, ਅੱਧ ਤੋਂ ਘੱਟ ਟੀਚਰ ਜਿਹੜੇ ਨੇ ਕਿ ਸ਼ਰਾਬ ਪੀਂਦੇ ਨੇ, ਪੀਂਦੇ ਹੋਣਗੇ, ਆਪਾਂ ਪੱਕਾ ਨਹੀਂ ਕਰ ਰਹੇ, ਆਪਾਂ ਮੰਨ ਰਹੇ ਤਾਂ ਕੀ ਆਪਾਂ ਉਹਦੇ ਤੋਂ ਸਕੂਲ ਦੀ ਇਨਫੋਰਮੇਸ਼ਨ, ਸਕੂਲ ਦੀ ਨੌਲੇਜ ਨਹੀਂ ਲਵਾਂਗੇ? ਆਪਾਂ ਕੀ ਆਖਾਂਗੇ ਕਿ ਪਹਿਲਾਂ ਤੂੰ ਆਪਦੀ ਸ਼ਰਾਬ ਛੱਡ, ਪਹਿਲਾਂ ਆਪਣਾ ਅੰਮ੍ਰਿਤ ਵੇਲਾ ਬਣਾ, ਫਿਰ ਅਸੀਂ ਤੇਰੇ ਤੋਂ ਗਿਆਨ ਲਵਾਂਗੇ, ਫਿਰ ਤੂੰ ਗਿਆਨ ਦੇਣ ਜੋਗਾ ਹੋਏਗਾ, ਪਹਿਲਾਂ ਆਪਣੇ ਆਪ ਨੂੰ ਸੁਧਾਰ, ਫਿਰ ਤੂੰ ਸਾਨੂੰ ਗਿਆਨ ਦੇ। ਸਾਧ ਸੰਗਤ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਜਿਸ ਤੋਂ ਵੀ ਗਿਆਨ ਲਿਆ ਜਾਵੇ, ਜਿੰਨਾ ਜ਼ਿਆਦਾ ਗਿਆਨ ਲੱਗ ਜਾਵੇ, ਉਹ ਵੀ ਥੋੜਾ ਹੁੰਦਾ ਹੈ। ਆਪਣੇ ਗਿਆਨ ਦੇ ਵਿੱਚ ਹੰਕਾਰ ਕਰਨਾ, ਆਪਣੇ ਗਿਆਨ ਨੂੰ ਅਟਕਾ ਕੇ ਰੱਖਣਾ ਕੋਈ ਬਹੁਤ ਸਿਆਣਪ ਗੱਲ ਨਹੀਂ ਹੁੰਦੀ। ਆਪਣੇ ਗਿਆਨ ਨੂੰ ਵਧਾਓ, ਇਹਦੇ ਵਿੱਚ ਸਿਆਣਪ ਹੈ। ਜੇ ਆਪਾਂ ਸਾਰੀ ਉਮਰ ਇਸੇ ਤਰ੍ਹਾਂ ਕਰਦੇ ਰਹਾਂਗੇ, ਉਹਦੇ ਵਿੱਚ ਘਾਟ ਆ, ਆਪ ਇਸੇ ਤਰ੍ਹਾਂ ਅਸੀਂ ਕਿਵੇਂ ਕਿਸੇ ਦੀ ਗੱਲ ਮੰਨ ਲਈਏ, ਤਾਂ ਫਿਰ ਨਾ ਤੇ ਅਸੀਂ ਅਗਲੇ ਦੀ ਸੁਣਨ ਜੋਗੇ ਤੇ ਨਾ ਅਸੀਂ ਆਪਣੇ ਆਪ ਨੂੰ ਅੱਗੇ ਵਧਾਉਣ ਜੋਗੇ। ਕਹਿ ਦੋ ਕਿ ਮੈਂ ਹੀ ਨਹੀਂ ਆਪਣੇ ਆਪ ਨੂੰ ਅੱਗੇ ਵਧਾਉਣਾ, ਅਸੀਂ ਪੁਰਾਣੀ ਸੋਚ, ਪੁਰਾਣੀ ਮੁਰਖਤਾਈਆਂ ਰੱਖਣੀਆਂ ਨੇ, ਸਾਨੂੰ ਉਹਨਾਂ 'ਚ ਹੀ ਖੁਸ਼ੀ ਹੈ। ਪਰ ਜਿਹੜਾ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦਾ, ਆਪਣੇ ਆਪ ਨੂੰ ਅੱਗੇ ਨਵੀਂ ਸੋਚ ਰੱਖਣਾ ਚਾਹੁੰਦਾ, ਜ਼ਰੂਰ ਰੱਖ ਸਕਦਾ, ਔਰ ਉਹਨੂੰ ਆਪਣੇ ਹੱਕ ਦੇ ਉੱਪਰ ਖੜਾ ਰਹਿਣਾ ਵੀ ਚਾਹੀਦਾ। ਵੱਧ ਤੋਂ ਵੱਧ ਕੀ ਹੋ ਜੂਗਾ, ਕੁੱਟ ਦੇਣਗੇ, ਮਾਰ ਦੇਣਗੇ, ਬਾਹਰੋਂ ਬਾਹਰ ਕੱਢ ਦੇਣਗੇ, ਘਰਾਂ ਚੋਂ ਬਾਹਰ, ਮਹੱਲੇ ਚੋਂ ਬਾਹਰ, ਮੁਲਕ ਚੋਂ ਬਾਹਰ, ਕਿੱਥੋਂ ਕੱਢ ਦੇਣਗੇ, ਮਾਰ ਦੇਣਗੇ, ਦੁਨੀਆ ਚੋਂ ਬਾਹਰ ਕੱਢ ਦੇਣਗੇ ਬਸ। ਪਰ ਜਿਹੜੀ ਸੋਚ, ਜਿਹੜਾ ਇੱਕ ਵਾਰੀ ਜਿਹੜਾ ਉਹ ਪੁਆਇੰਟ ਉੱਠ ਗਿਆ ਨਾ, ਉਹ ਕਦੇ ਬੈਠਣ ਵਾਲਾ ਨਹੀਂ ਹੁੰਦਾ ਹੈਗਾ, ਕਿਉਂਕਿ ਇੱਕ ਨੇ ਜੇ ਅਗਰ ਸੋਚਿਆ ਵਾ ਤੇ ਉਹਨੇ ਅੱਗੇ ਕਈਆਂ ਨਾਲ ਸ਼ੇਅਰ ਵੀ ਕੀਤਾ ਵਾ, ਕੋਈ ਉਹਨਾਂ ਚ ਮੰਨਣ ਵਾਲਾ, ਕੋਈ ਨਹੀਂ ਮੰਨਣ ਵਾਲਾ। ਜਿਹਨੇ ਮੰਨਿਆ ਉਹਨੇ ਅੱਗੇ ਫੇਰ ਵਧਾ ਦੇਣਾ, ਉਹ ਗੱਲ ਨਹੀਂ ਖਤਮ ਹੋਣੀ। ਬੰਦਾ ਜ਼ਰੂਰ ਭਾਵੇਂ ਖਤਮ ਹੋ ਜਾਏ, ਗੱਲ ਨਹੀਂ ਕਦੇ ਖਤਮ ਹੋਣੀ। ਸੋ ਸਾਧ ਸੰਗਤ ਆਪਣੇ ਕਹੇ ਤੇ ਹਮੇਸ਼ਾ ਬੈਠੇ ਰਹੋ, ਆਪਣੇ ਕਹੇ ਤੇ ਖੜੇ ਰਹੋ। ਜੋ ਮੈਂ ਕਿਹਾ ਉਹ ਇਸੇ ਤਰ੍ਹਾਂ ਹੀ ਆ, ਇਹ ਚੀਜ਼ ਸਹੀ ਹੈ, ਪਰ ਉਸ ਨੂੰ ਵਿਚਾਰ ਕਰ ਕਿ ਕਿੱਥੋਂ ਤੱਕ ਸਹੀ। ਜਿਸ ਦੀ ਜਿਹੜੀ ਮਨੌਤ ਹੈ, ਉਹ ਉਸ ਦੀ ਮਨੌਤ ਉਸ ਨੂੰ ਮੁਬਾਰਕ ਹੈ, ਪਰ ਜਿਸ ਨੂੰ ਜਿਹੜੀ ਮਨੌਤ ਨਹੀਂ ਪਸੰਦ, ਇੱਕ ਵਾਰੀ ਗੱਲ ਕਰੋ, ਜ਼ਿਆਦਾ ਅਗਲੇ ਉੱਪਰ ਥੋਪਣ ਦੀ ਲੋੜ ਨਹੀਂ ਹੈ। ਜਿਹਨੇ ਸਮਝਣਾ ਉਹਨੇ ਸਮਝ ਲੈਣਾ, ਔਰ ਉਹਨੂੰ ਦੱਸਣ ਦੀ ਵੀ ਲੋੜ ਨਹੀਂ ਕਿ ਮੈਂ ਤੇਰੀ ਗੱਲ ਮੰਨ ਲਈ ਹੈ। ਉਹਦੇ ਮੰਨਣੇ ਤੋਂ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਣਾ ਕਿ ਵੀ ਉਹਨੇ ਗੱਲ ਮੰਨੀ ਹੋਈ ਹੈ। ਸੋ ਸਾਧ ਸੰਗਤ ਰਹੋ, ਵਿਚਾਰ। ਅਸੀਂ ਸਤਿਗੁਰੂ ਜੀ ਦੀ ਦਿੱਤੀ ਪਹਿਚਾਣ ਹੀ ਨਹੀਂ ਸਾਂਭ ਕੇ ਰੱਖਦੇ। ਜੇ ਅਸੀਂ ਸਤਿਗੁਰੂ ਜੀ ਦੇ ਪਾਸੋਂ ਬਖਸ਼ੇ ਸਰੂਪ ਨੂੰ ਹੀ ਵਿਗਾੜ ਦਿੱਤਾ, ਉਸ ਅਕਾਲ ਪੁਰਖ ਦੇ ਬਖਸ਼ੇ ਨੂੰ ਹੀ ਉਸ ਸਰੂਪ ਨੂੰ ਵਿਗਾੜ ਦਿੱਤਾ, ਖੰਡਿਤ ਬਾਟੇ ਦੀ ਪੌਲ ਨੂੰ ਨਹੀਂ ਛਕਿਆ, ਨਿਗੁਰੇਪਨ ਦੇ ਵਿੱਚ ਹੀ ਅਸੀਂ ਆਪਣਾ ਜੀਵਨ ਬਰਬਾਦ ਕਰ ਦਿੱਤਾ, ਤਾਂ ਉਹਨਾਂ ਨੇ ਤਾਂ ਭੁੱਖ ਦੇ ਦੁੱਖੋਂ ਬਿਦਾਵਾ ਲਿਖਿਆ ਸੀ। ਅਸੀਂ ਤਾਂ ਰੱਜੇ ਪੁੱਜੇ, ਖਾਂਦੇ ਪੀਂਦੇ, ਗੁਰੂ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ। ਸਤਿਗੁਰੂ ਜੀ ਨੇ ਕਿਹੜੀ ਐਸੀ ਦਾਤ ਹੈ ਜਿਹੜੀ ਸਾਡੇ ਪਾਸੋਂ ਛੁਪਾ ਕੇ ਰੱਖੀ ਹੋਵੇ? ਰਹਿਣ ਵਾਸਤੇ ਬੜੇ ਆਲੀਸ਼ਾਨ ਮਹਿਲ, ਸਵਾਰੀ ਵਾਸਤੇ ਵਧੀਆ ਤੋਂ ਵਧੀਆ ਕਾਰਾਂ ਮੋਟਰਾਂ, ਭੋਗਣ ਵਾਸਤੇ ਇਤਨੇ ਸੁੱਖ, ਕੀ ਛੁਪਾ ਕੇ ਰੱਖਿਆ ਸਤਿਗੁਰੂ ਜੀ ਨੇ? ਇੰਨੀ ਖੁਸ਼ਹਾਲੀ ਬਖਸ਼ੀ ਜਾਏ ਸਤਿਗੁਰੂ ਜੀ ਨੇ, ਤੇ ਸਾਧ ਸੰਗਤ ਨੇ ਖੁਸ਼ਹਾਲ ਹੋ ਕੇ ਸੁੱਖ ਆਰਾਮ ਲੈ ਕੇ ਵੀ ਜੇ ਫਿਰ ਵੀ ਅਸੀਂ ਗੁਰੂ ਵੱਲ ਪਿੱਠ ਕਰ ਲਈ ਹੈ, ਜੇ ਫਿਰ ਵੀ ਅਸੀਂ ਗੁਰੂ ਤੋਂ ਬੇਮੁਖ ਹਾਂ, ਫਿਰ ਸਾਡਾ ਤਾਂ ਦਰਜਾ ਤੇ ਉਹਨਾਂ ਤੋਂ ਵੀ ਹੇਠਾਂ ਹੋਇਆ। ਜੇ ਉਹ ਗੁਰੂ ਤੋਂ ਬੇਮੁਖ ਹੋਏ ਸਨ, ਉਹਨਾਂ ਦਾ ਕਾਰਨ ਸੀ, ਭਲਾ ਉਹਨਾਂ ਨੇ ਤੇ ਭੁੱਖ ਦੇ ਦੁੱਖੋਂ ਬੇਦਾਵਾ ਲਿਖਿਆ। ਦੱਸੋ ਅਸੀਂ ਕਿਹੜੇ ਦੁੱਖ ਬੇਦਾਵਾ ਲਿਖਿਆ? ਅਸੀਂ ਕਿਹੜੇ ਦੁੱਖ ਬੇਮੁਖ ਹੋਇਆ ਗੁਰੂ ਤੋਂ? ਅਸੀਂ ਕਿਹੜੇ ਕਾਰਨ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਸੰਭਾਲ ਨਹੀਂ ਕਰ ਰਹੇ? ਉਸ ਬਖਸ਼ਿਸ਼ ਦੀ ਉਸ ਨੂੰ ਬਣਾ ਕੇ ਨਹੀਂ ਰੱਖ ਰਹੇ। ਸਾਡਾ ਦਰਜਾ ਤੇ ਅਹਿਸਾਨ ਫਰਾਮੋਸ਼ਾਂ ਨਾਲ ਵੀ ਜ਼ਿਆਦਾ ਮਾੜਾ ਹੋਇਆ, ਜਿਨ੍ਹਾਂ ਸਤਿਗੁਰੂ ਜੀ ਦੇ ਕੀਤੇ ਉਪਕਾਰਾਂ ਨੂੰ ਵੀ ਸਮਝਿਆ ਨਹੀਂ। ਭਾਰੇ ਭੋਏ ਅਕਿਰਤ ਕਣ, ਮੰਦੀ ਮੂੰਹ ਮੰਦੇ।
किते भुल न जाइए मना मेरे, पर उपकार गुरां दे। किते भुल न जाइए मना मेरे, पर उपकार गुरां दे। ਸਾਧ ਸੰਗਤ ਗੁਰੂ ਜੀ ਨੂੰ ਵਿਦਾਵਾ ਲਿਖਿਆ। ਫਿਰ ਉਹਨਾਂ ਬਾਅਦ ਦੇ ਵਿੱਚ ਇਸ ਗੱਲ ਦਾ ਅਹਿਸਾਸ ਵੀ ਹੋਇਆ, ਸੰਸਾਰ ਦੇ ਫਟਕਾਰਾਂ ਲਾਂਘਾ ਸੁਣ ਕੇ ਫਿਰ ਸਤਿਗੁਰੂ ਜੀ ਦੇ ਚਰਨ ਸ਼ਰਨ ਵਿੱਚ ਆਏ। ਕੁਰਬਾਨੀ ਕਰਕੇ ਉਹਨੇ ਸਤਿਗੁਰੂ ਜੀ ਦੇ ਪਾਸੋਂ ਵਿਦਾਵਾ ਪੜਵਾ ਲਿਆ। ਕਦੇ ਸਾਨੂੰ ਵੀ ਕਦੇ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਅਸੀਂ ਗੁਰੂ ਤੋਂ ਬੇਮੁਖ ਹਾਂ, ਅਸੀਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਰਸਤੇ ਤੇ ਆਵਾਂਗੇ। ਖੈਰ ਧਿਆਨ ਦਿਓ, ਭੁੱਖੋਂ ਜਾਂ ਭੁੱਖ ਦੇ ਦੁੱਖੋਂ ਆਤਰ ਹੋ ਕੇ ਬਹੁਤ ਸਾਰੇ ਸਿੰਘਾਂ ਨੇ ਵਿਦਾਵਾ ਲਿਖ ਦਿੱਤਾ, ਪਰ ਜਿਹੜੇ ਮਲ ਜੀਵੜੇ ਸਨ ਉਹ ਤਤਪਰ ਰਹੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ। ਖੈਰ ਇਹੋ ਜਿਹੇ ਹਾਲਾਤ ਬਣ ਗਏ, ਨਾ ਚਾਹੁੰਦੇ ਹੋਏ ਵੀ ਸਤਿਗੁਰੂ ਜੀ ਨੂੰ ਫਿਰ ਇਹਨਾਂ ਦਿਨਾਂ ਦੀ ਗੱਲ ਹੈ, ਅਨੰਦਪੁਰੀ ਛੱਡਣੀ ਪਈ। ਬਸ ਅਨੰਦਪੁਰੀ ਛੱਡਣ ਦੀ ਦੇਰ ਸੀ ਸੱਤ ਤੋਂ। ਜਿਹੜੇ ਸੌਂ ਸੁਗੰਧਾ ਖਾ ਰਹੇ ਸਨ, ਇਹਨਾਂ ਨੇ ਸਦਾਚਾਰ ਦੇ ਧਰਮ ਦੇ ਸਾਰੇ ਹੀ ਅਛੂਤ ਛਿੱਕੇ ਪਰ ਪ੍ਰਕੰਡ ਦਿੱਤੇ ਹਨ। ਜੇ ਸਤਿਗੁਰੂ ਜੀ ਆਪਣੇ ਪਰਿਵਾਰ ਔਰ ਉਹਨਾਂ ਸਿੰਘਾਂ ਦੇ ਸਮੇਤ ਦਰਿਆ ਸਰਸਾ ਤੱਕ ਹੀ ਪਹੁੰਚੇ ਨੇ, ਉਦੋਂ ਪਤਾ ਲੱਗਿਆ ਕਿ ਪਿੱਛੇ ਤੁਰਕਾਂ ਔਰ ਪਹਾੜੀਆਂ ਦੇ ਸੈਨਾਂ ਨੇ ਹਮਲਾ ਕਰ ਦਿੱਤਾ ਹੈ। ਉਧਰ ਕੁਦਰਤ ਨੇ ਵੀ ਐਸਾ ਕਹਿਰ ਵਰਤਾਇਆ ਕਿ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਹੋਣ ਕਰਕੇ ਬਰਸਾਤੀ ਨਾਲਾ ਸਿਰ ਤੇ ਚੜ ਗਿਆ। ਪਾਣੀ ਦਾ ਪ੍ਰਵਾਹ ਬੜਾ ਤੇਜ਼, ਇੱਕਦਮ ਸਰਸਾ ਪਾਰ ਨਹੀਂ ਕੀਤਾ ਜਾ ਸਕਦਾ ਸੀ, ਪਰ ਪਿੱਛੇ ਮੁੜਨ ਦਾ ਕੋਈ ਸਵਾਲ ਨਹੀਂ ਸੀ ਪੈਦਾ ਹੋ ਰਿਹਾ, ਕਿਉਂਕਿ ਤੁਰਕਾਂ ਦੇ ਪਹਾੜੀਆਂ ਦੇ ਸੈਨਾ ਆ ਰਹੀ ਹੈ। ਫਿਰ ਸਾਧ ਸੰਗਤ ਇਤਿਹਾਸ ਵਿੱਚ ਜ਼ਿਕਰ ਹੁੰਦਾ ਕਿ ਸਤਿਗੁਰੂ ਜੀ ਨੇ ਸਰਸਾ ਦੇ ਕਿਨਾਰੇ ਇੱਕ ਜਗ੍ਹਾ ਤੇ ਆਪਣਾ ਡੇਰਾ ਕਰ ਲਿਆ। ਭਾਈ ਉਦੈ ਸਿੰਘ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ, ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਪਿੱਛੇ ਹਟ ਕੇ
ਤੁਰਕਾਂ ਦੀ ਔਰ ਪਹਾੜੀਆਂ ਦੀ ਸੈਨਾ ਨੂੰ ਰੋਕੋ। ਤੇ ਸਤਿਗੁਰ ਜੀ ਤੇ ਦਰਿਆ ਸਰਸਾ ਦੇ ਕਿਨਾਰੇ ਬੈਠੇ ਨੇ, ਥੋੜਾ ਪਿੱਛੇ ਹਟ ਕੇ ਤੁਰਕਾਂ ਔਰ ਪਹਾੜੀਆਂ ਦੇ ਦਲ ਨੂੰ ਰੋਕ ਰਹੇ ਨੇ। ਭਾਈ ਉਦੈ ਸਿੰਘ ਨੇ ਵੱਡੇ ਸਾਹਿਬ ਨੂੰ, ਬਾਬਾ ਅਜੀਤ ਸਿੰਘ ਜੀ ਨੂੰ, ਨਾਲ ਉਹਨਾਂ ਦੇ ਸਿੰਘਾਂ ਦਾ ਜਿਹੜਾ ਜੱਥਾ ਹੈ, ਜੰਗ ਸ਼ੁਰੂ ਹੋ ਗਈ ਰਾਤ ਵੇਲੇ। ਹੁਣ ਸਾਧ ਸੰਗਤ ਦੇ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਸਾਰੀ ਰਾਤ ਜੰਗ ਹੁੰਦਾ। ਜਦ ਜੰਗ ਵਿੱਚ ਸਤਿਗੁਰ ਜੀ ਦੇ ਕਿੰਨੇ ਲਾਲਾਂ ਨਾਲੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਪਰ ਫਿਰ ਅੰਮ੍ਰਿਤ ਵੇਲੇ ਤੱਕ ਭਾਈ ਉਦੈ ਸਿੰਘ ਨੇ ਔਰ ਬਾਬਾ ਅਜੀਤ ਸਿੰਘ ਜੀ ਨੇ ਤੁਰਕਾਂ ਦੇ ਔਰ ਪਹਾੜੀਆਂ ਦੇ ਦਲ ਨੂੰ ਅੱਗੇ ਨਾ ਵਧਣ ਦਿੱਤਾ। ਇੱਧਰ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਵੀ ਦਇਆ ਸਿੰਘ ਜੀ, ਸਾਨੂੰ ਭੁੱਖ ਲੱਗੀ ਹੈ। ਬੜੇ ਹੈਰਾਨ ਹੋਏ ਭਾਈ ਦਇਆ ਸਿੰਘ ਜੀ, ਸੱਚੇ ਪਾਤਸ਼ਾਹ ਕਿਹੜੇ ਵੇਲੇ ਦੀ ਭੁੱਖ ਲੱਗੀ ਹੈ, ਕਦੇ ਆਪ ਜੀ ਨੇ ਭੋਜਨ ਨਹੀਂ ਛਕਿਆ। ਸਤਿਗੁਰੂ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਵੀ ਸਾਡਾ ਜਿਹੜਾ ਭੋਜਨ ਹੈ ਨਾ, ਉਹ ਹੈ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਭੋਜਨੰ ਗੋਪਾਲ ਕੀਰਤਨ ਅਲ ਮਾਇਆ ਜਲ ਕਲਮ ਰਹਿਤ। ਇਹ ਸਾਡੀ ਰੂਹ ਦੀ ਖੁਰਾਕ ਹੈ, ਸਾਨੂੰ ਰੂਹ ਦੀ ਖੁਰਾਕ ਛਕਾਓ। ਮਨ ਵਿੱਚ ਚਿਤਵਾ ਚਿਤਵਨੀ ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ ਹਰ ਦੇਵ ਨਾਨਕ ਕੇ ਮੀਤ। ਜਿਹੜਾ ਸਾਡਾ ਆਹਾਰ ਹੈ, ਸਾਡੀ ਰੂਹ ਦਾ, ਸਾਡੇ ਆਤਮਾ ਦਾ, ਤੇ ਸਾਨੂੰ ਉਹ ਭੋਜਨ ਛਕਾਓ। ਉਹ ਵੇਲਾ ਹੋ ਗਿਆ ਜਦੋਂ ਸ੍ਰੀ ਅਨੰਦਪੁਰ ਸਾਹਿਬ, ਜਿਵੇਂ ਰਾਗੀ ਸਿੰਘ ਅਨੰਦਪੁਰ ਸਾਹਿਬ ਕੀਰਤਨ ਕਰਿਆ ਕਰਦੇ ਸਨ। ਸਾਧ ਸੰਗਤ ਦੇਖੋ ਕਹਿ ਜੇ ਸਤਿਗੁਰੂ ਜੀ ਦਾ ਨਿਯਮ ਹੈ, ਜਿਹਨੇ ਜੰਗਲ ਯੁੱਧਾਂ ਦੌਰਾਨ ਵੀ ਨਿਭਾਇਆ, ਫਰਕ ਨਹੀਂ ਪੈਣ ਦਿੱਤਾ। ਇੱਕ ਪਾਸੇ ਤਲਵਾਰਾਂ ਚੱਲ ਰਹੀਆਂ ਨੇ, ਖੰਡੇ ਤੇ ਖੰਡਾ ਖੜਕ ਰਿਹਾ, ਔਰ ਦੂਸਰੇ ਪਾਸੇ ਸਤਿਗੁਰੂ ਜੀ ਦਰਿਆ ਸਰਸਾ ਦੇ ਕਿਨਾਰੇ ਬੈਠੇ ਨੇ, ਸਿੰਘਾਂ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਆਹਾਰ ਸਤਿਪੁਰਸ਼ਾਂ ਦਾ, ਗੁਰਪੀਰਾਂ ਦਾ ਕੀ ਹੋਇਆ ਕਰਦਾ ਹੈ? ਜਿਉ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ, ਮੋਦ ਵੀ ਹੋਣਾ ਚਾਤਰਿਕ ਕੋ, ਕਿਉਂ ਕਰ ਤ੍ਰਿਪਤਾ ਹੋਇਆ। ਜਿਉ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਜਿਉ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਮੋਦ ਵੀ ਹੋਣਾ ਚਾਤਰਿਕ ਕੋ, ਕਿਉਂ ਕਰ ਤ੍ਰਿਪਤਾਵੇ। ਮੋਦ ਵੀ ਹੋਣਾ ਚਾਤਰਿਕ ਕੋ, ਕਿਉਂ ਕਰ ਤ੍ਰਿਪਤਾਵੇ।
दूसरे को क्यों दर्द बतावे। साधन रंग विद्या तन मुख उठतावे। साधन रंग विद्या तन मुख उठतावे। पवर लंबी कुत बात का दिल आप बतावे। पवर लंबी कुत बात का दिल आप बतावे। साधन रंग विद्या तन मुख उठतावे। पवर लोभी कुसुम बास का मिले आप बंधावे। पवर लोभी कुसुम बास का मिले आप बंधावे। त्यो संत जना हर प्रीत है देख दर से अगावे। त्यो संत जना हर प्रीत है देख दर से अगावे। पवर लोभी कुसुम बास का मिले आप बंधावे। कुसुम बास का मिले आप बतावे। जो संत जना हर प्रीत है देख दर से अगावे। जो संत जना हर प्रीत है देख दर से अगावे। जो मछली बिन पानी है क्यों जीवन पावे। जो मछली बिन पानी है क्यों जीवन पावे। जो संत जना हर प्रीत है देख दर से अगावे। जो संत जना हर प्रीत है देख दर से अगावे। ते साध संगत एवं सतगुरु जी ने श्री आसा दी वार दा कीर्तन संपूर्ण कीता एवं पौ फटाला भी हो गया। दरिया सरसा दा दरिया भी थोड़ा मट्ठा पिया भावें हुण भी पानी बड़ा तेज है। खतरे तो हाले भी खाली नहीं पर फिर भी वक्त की नजाकत को देखते हुए सतगुरु जी ने हुक्म कर दिता कि सरसा पार किया जाए। सतगुरु जी ने महल माता सुंदरी जी उन्होंने नाल सतगुरु जी ने भाई मनी सिंह जी को हुक्म किया कि तुसी सरसा पार करके इथों दिल्ली वाल चाले पा लेना। माता गुजरी जी, माता जोरावर, बाबा जोरावर सिंह जी, बाबा फतेह सिंह जी, इन्होंने ये नसीहत दी जिहड़ी ब्योंतबंदी इसे तरह ही सी। इतिहास भी जिक्र होंदा है ना कि सतगुरु जी छोटे साहिबजादे ते माता जी दोने महल ये दूसरे पासे चल जाएंगे ते आप बाकी सिंघां समेत अगे
ਮਾਲਵੇ ਦੇਸ਼ ਵੱਲ ਤਿਆਰੀ ਕੀਤੀ ਤੇ ਸਿੰਘਾਂ ਨੂੰ ਹੁਕਮ ਹੋਇਆ, ਪਰ ਸਾਧ ਸੰਗਤ ਜਦੋਂ ਦਰਿਆ ਸਰਸਾ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸਿੰਘਾਂ ਨੇ, ਕੋਈ ਕਿਸੇ ਪਤਨ ਤੇ ਜਾ ਲੱਗਿਆ, ਕੋਈ ਕਿਸੇ ਪਤਨ ਤੇ, ਐਸੀ ਹਫੜਾ ਤਫੜੀ ਫੈਲੀ। ਇੱਕ ਤੇ ਉਸ ਹਫੜਾ ਤਫੜੀ ਦੌਰਾਨ ਬਹੁਤ ਸਾਰੇ ਸਿੰਘ ਦਰਿਆ ਸਰਸਾ ਦੇ ਭੇਟ ਹੋ ਗਏ। ਕਈ ਗ੍ਰੰਥ, ਕਈ ਮਹਾਰਾਜ ਦੇ ਲਿਖੇ ਕਵਿਤਾਵਾਂ, ਔਰ ਦੂਸਰਾ ਪਿੱਛੇ ਤੁਰਕਾਂ ਪਹਾੜੀਆਂ ਦੀ ਸੈਨਾ, ਉਹ ਵੀ ਮਾਰੋ ਮਾਰ ਕਰਦੀ ਆ ਰਹੀ ਹੈ, ਉਹਨਾਂ ਵੀ ਦਰਿਆ ਸਰਸਾ ਪਾਰ ਕਰ ਲਿਆ। ਸੋ ਐਸੀ ਹਫੜਾ ਤਫੜੀ ਫੈਲੀ, ਬਸ ਇੱਕ ਦੂਸਰੇ ਦੇ ਨਾਲ ਮੇਲ ਹੋ ਹੀ ਨਹੀਂ ਸਕਿਆ। ਮਾਤਾ ਸਾਹਿਬ ਦੇ ਮਾਤਾ ਸੁੰਦਰੀ ਜੀ, ਉਹਨਾਂ ਨੇ ਦਰਿਆ ਸਰਸਾ ਪਾਰ ਕੀਤਾ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਸਮੇਤ ਕਿਸੇ ਹੋਰ ਪਤਨ ਤੇ ਜਾ ਲੱਗੇ ਤੇ ਪਿੱਛੋਂ ਹਮਲਾ ਹੋ ਗਿਆ। ਫਿਰ ਜਿੱਧਰ ਨੂੰ ਵੀ ਜਿਸ ਦਾ ਮੂੰਹ ਹੋਇਆ, ਬਸ ਉਸੇ ਪਾਸੇ ਹੀ ਡੇਰਾ ਕੂਚ ਕਰਨਾ ਪਿਆ। ਗੁਰਾਂ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ, ਬਾਜ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਤੁਰਕਾ ਛੇੜ ਦਿੱਤਾ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ, ਮੋੜਾ ਕਿਸੇ ਪਾਸੇ। ਸਾਬਰ ਸੋਹਰ ਅੱਗੇ ਸਿੰਘਾਂ ਦਾ ਜਥਾ ਬਿਖਰ ਗਿਆ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ। ਸਾਬਰ ਸੋਹਰ ਸੁਨੱਖੇ ਬੱਚਿਆਂ ਦਾ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ। ਤੇ ਜੋ ਕੁਝ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਇਹ ਗੱਗੂ ਬ੍ਰਾਹਮਣ ਦੇ ਨਾਲ ਸਹੇੜੀ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਜੀ, ਸਤਿਗੁਰੂ ਜੀ ਦੋਵੇਂ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਇਹਨਾਂ ਨੇ ਦਿੱਲੀ ਵੱਲ ਨੂੰ ਡੇਰਾ ਕੂਚ ਕਰ ਲਿਆ। ਤੇ ਸਤਿਗੁਰੂ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਔਰ ਬਾਕੀ ਬਚੇ ਹੋਏ ਸਿੰਘਾਂ ਸਮੇਤ ਉਥੋਂ ਰੋਪੜ ਵੱਲ ਨੂੰ ਡੇਰਾ ਕੂਚ ਕਰ ਲਿਆ। ਤੇ ਸਾਧ ਸੰਗਤ ਇੱਕ ਵਾਰ ਤੇ ਸਰਸਾ ਕਿਨਾਰੇ ਤੇ ਐਸਾ ਪਰਿਵਾਰ ਦਾ ਵਿਛੋੜਾ ਆਇਆ ਕਿ ਮੁੜ ਕੇ ਮੇਲ ਨਹੀਂ ਹੋ ਸਕਿਆ। ਸਹਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਸਾ ਪਾਰ ਕਰਕੇ ਗੁਰਬਾਣੀ ਦਾ ਬਚਨ ਪੜਿਆ, ਨਦੀਆਂ ਵਾਂਗ ਛੁਪਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ। ਕਬੀਰ ਨੌਬਤ ਆਪਣੀ ਦਿਨ ਦਸ ਲਿਓ ਬਚਾਏ, ਨਦੀ ਨਾ ਸੰਜੋਗ ਜਿਉ ਬਹੁੜ ਨਾ ਮਿਲ ਹੈ ਆਏ। ਕਿਤੇ ਹੋਣਗੇ ਸਬਬਾਂ ਨਾਲ ਮੇਰੇ, ਨਦੀਆਂ ਦੇ ਵਹਿਣ ਵਿੱਚ, ਕਿਤੇ ਹੋਣਗੇ ਸਬਬਾਂ ਨਾਲ ਮੇਰੇ, ਨਦੀਆਂ ਨਾਲ Oh,
फिर अगला इतिहास आप भली प्रकार जानते ही हो, कुर्बानी का सिलसिला शुरू हो गया। आने वाले दिनों में बड़ा श्रद्धा बड़ी कृतज्ञता के नाल वो शहीदी जोड़ जो मनाए ਵੱਡੇ ਸਾਹਿਬਜ਼ਾਦੇ बाबा अजीत सिंह जी, बाबा जुझार सिंह जी, उन्हों का शहीदी दिहाड़ा मनाया गया। पिछले दिनों के विच फतेहगढ़ साहिब माता गुजरी जी, छोटे साहिबजादे बाबा जोरावर सिंह जी, बाबा फतेह सिंह जी, उन्हों का शहीदी मेला ते साध संगत जी शहीदी देश कौम वास्ते अपना सरबंस संवारिया। चमकौर की गढ़ी दे अपने अखां दे नाल ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦੇ ਦੇਖਿਆ ਹੈ। ਫਿਰ ਅੱਗੇ ਜਾ ਕੇ ਰਾਏ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣੀ, ਉਹ ਦਰਦਨਾਕ ਪ੍ਰਸੰਗ ਸੁਣਿਆ ਤੇ ਸਤਿਗੁਰੂ ਜੀ ਦੇ ਕੀਤੇ ਉਪਕਾਰਾਂ ਨੂੰ ਸਾਧ ਸੰਗਤ ਜੇ ਅਗਰ ਆਪਾਂ ਯਾਦ ਕਰਦੇ ਰਹੀਏ, ਉਹਨਾਂ ਦੇ ਕੁਰਬਾਨੀਆਂ ਦੇ, ਉਹਨਾਂ ਦੇ ਉਪਕਾਰ ਗਿਣੇ ਨਹੀਂ ਜਾ ਸਕਦੇ। ਲੱਖਾਂ ਜਨਮ ਧਾਰ ਕੇ ਵੀ ਆਪਾਂ ਸਤਿਗੁਰੂ ਜੀ ਦੇ ਕੀਤੇ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦੇ। ਆਪਾਂ ਹੋਰ ਨਹੀਂ ਤਾਂ ਕੁਛ ਉਹਨੇ ਸਿੱਖੀ ਦਾ ਸਾਂਭ ਕੇ ਰੱਖੀ ਨਾ, ਜਿਸ ਤਰ੍ਹਾਂ ਅਰਜ਼ ਕੀਤੀ ਹੈ, ਜੋ ਉਹਨਾਂ ਨੇ ਸਾਨੂੰ ਆਪਣਾ ਖਾਸ ਰੂਪ ਬਖਸ਼ਿਆ ਹੈ, ਇੱਕ ਵੱਖਰੀ ਪਹਿਚਾਨ ਦਿੱਤੀ ਹੈ। ਸਾਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ, ਮਹਾਨ ਦਾਤ ਬਖਸ਼ੀ। ਆਪਾਂ ਅੰਮ੍ਰਿਤ ਛਕ ਕੇ ਸਤਿਗੁਰੂ ਜੀ ਦੀ ਰਹਿਤ ਬਹਿਤ ਤੇ ਧਾਰਨੀ ਬਣੀ ਹੈ। रहत रह सोई सिख मेरा, वो साहिब में उसका चेहरा। अमृत छक के गुरमत दे दारियां ते नितनेमी बनी है। साध संगत यही असल दे विच उन्हां शहीदां नूं सच्ची श्रद्धांजलि होवेगी। शहीदी जोड़ मेले मनाए जाते हैं, तां ही जे अगर आपां इन्हां तों कोई प्रेरणा लैके निगोरे पुणे का दोष उतारीए। क्योंकि जेकर आप मेलिਆਂ ਤੇ ਜਾ ਕੇ ਵੀ ਹੁੱਲੜਬਾਜ਼ੀ ਕਰਨੀਆਂ ਨੇ ਤੇ ਹਾਸਾ ਖੇਡਾ ਹੀ ਕਰਨਾ ਹੈ, ਸਿਰਫ ਲੰਗਰ ਖਾ ਕੇ ਜਾਂ ਲੰਗਰ ਵਰਤਾ ਕੇ ਹੀ ਆ ਜਾਣਾ ਹੈ, ਤਾਂ ਇਹ ਜਿਹੇ ਮੇਲਿਆਂ ਤੇ ਜਾਣ ਦਾ ਕੋਈ ਫਾਇਦਾ ਨਹੀਂ। ਇਹਦੇ ਨਾਲੋਂ ਘਰੇ ਬੈਠੋ, ਭੀੜ ਨਾ ਪਾਈਏ ਉੱਥੇ ਜਾ ਕੇ। ਭੀੜ ਪਾਉਣ ਨਾਲ ਜ਼ਿਆਦਾ ਵਧੀਆ ਵਾ ਘਰੇ ਬੈਠੀਏ। ਜੇ ਅਸੀਂ ਕੁਝ ਸਿੱਖਣਾ ਨਹੀਂ ਹੈ, ਜੇ ਕੁਝ ਸਿੱਖਣਾ, ਸਿਰਫ ਇਹੀ ਸਿੱਖਣਾ ਨਹੀਂ ਹੈ। ਹਾਂ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਸਿੱਖ ਸਕਦਾ ਕਿ ਮੈਂ ਅੰਮ੍ਰਿਤ ਛਕਣਾ, ਕਿਉਂ ਅੰਮ੍ਰਿਤ ਛਕਣਾ, ਉਹਨਾਂ ਤੋਂ ਸਿੱਖ ਸਕਦਾ। ਅਗਰ ਅੱਗੇ ਅੰਮ੍ਰਿਤ ਛਕ ਲਿਆ, ਹੁਣ ਅੱਗੇ ਦੇ ਫਰਜ਼ ਵੀ ਨਿਭਾਵੇ ਕਿ ਜੋ ਵੀ ਅਸਲ ਚ ਮਹਾਰਾਜ ਦਾ ਜੋ ਅਸਲ ਗਿਆਨ ਹੈ ਉਹਨੂੰ ਉਸ ਨੂੰ ਵਰਤਾਵੇ, ਆਪਣੀ ਸੱਚਾਈ ਦੇ ਉੱਪਰ ਪਹਿਰਾ ਦੇਵੇ। ਜਿੰਨਾ ਵੱਧ ਤੋਂ ਵੱਧ ਹੋ ਸਕਦਾ ਉਹਨਾਂ ਵੱਧ ਤੋਂ ਵੱਧ ਆਪਣੇ ਮਹਾਰਾਜ ਦੇ ਬਚਨ ਦੇ ਉੱਪਰ ਪਹਿਰਾ ਦਿੱਤਾ ਜਾਵੇ। ਸਾਧ ਸੰਗਤ ਜੋ ਵੀ ਆਪਾਂ ਅੱਗੇ ਬੇਨਤੀਆਂ ਕਰਦੇ ਸਾਂ ਕਿ ਸਹਿਜ ਪਾਠ ਆਪ ਕਰੋ, ਤਰਕ ਕਰੋ। ਕੋਈ ਵੀ ਕਥਾਵਾਚਕ ਕਥਾ ਕਰਕੇ ਜਾਂਦਾ ਹੈ, ਮੂੰਹ ਚੱਕ ਕੇ ਆਪਣਾ ਬੋਲ ਕੇ ਚਲ ਜਾਂਦੇ ਨੇ, ਉਹਨਾਂ ਦੇ ਉੱਪਰ ਤਰਕ ਕਰਨਾ ਸ਼ੁਰੂ ਕਰੀਏ। ਉਹਨਾਂ ਦੇ ਉੱਪਰ ਸਵਾਲ ਕਰੀਏ, ਕਿਸੇ ਤਰ੍ਹਾਂ ਦਾ ਵੀ ਸਵਾਲ ਜਿਹੜਾ ਮਨ ਚ ਆਉਂਦਾ, ਸਹੀ ਜਾਂ ਗਲਤ ਬਾਤ ਦੀ ਗੱਲ ਹੈ, ਪਹਿਲਾਂ ਤਰਕ ਕਰਨਾ ਸਿੱਖੀਏ। ਤਰਕ ਕਰਨਾ ਬਹੁਤ ਜ਼ਰੂਰੀ। ਤਰਕ ਤੋਂ ਬਿਨਾਂ ਇਨਸਾਨ ਦੀ ਗਤੀ ਨਹੀਂ ਹੋ ਸਕਦੀ, ਭਾਵੇਂ ਇਨਸਾਨ ਅੱਗੇ ਨਹੀਂ ਵੱਧ ਸਕਦਾ, ਆਪਣੀ ਸੋਚ ਨੂੰ ਨਹੀਂ ਅੱਗੇ ਵਧਾ ਸਕਦਾ। ਤਰਕ ਕਰਨਾ ਸ਼ੁਰੂ ਕਰੀਏ। ਕੋਈ ਵੀ ਕਥਾਵਾਚਕ ਆ ਕੇ ਕਥਾ ਕਿਤੇ ਵੀ ਕਰਦਾ, ਆਪਾਂ ਜਾਂ ਸੁਣਦੇ ਵੀ, ਜਾਂ ਤੁਸੀਂ ਹੁਣ ਇੱਥੇ ਦਾਸ ਨੂੰ ਸੁਣ ਰਹੇ ਹੋ, ਕਈ ਸੰਗਤ ਨੂੰ ਪਤਾ ਹੀ ਹੋਵੇਗਾ ਕਿ ਦਾਸ ਦਾ ਘਰ ਵੀ ਕਿੱਥੇ ਹੈ, ਤਾਂ ਆ ਕੇ ਵੀ ਗੱਲ ਕਰ ਸਕਦੇ ਨੇ। ਤਰਕ ਕਰੋ ਜਿੰਨਾ ਵੱਧ ਤੋਂ ਵੱਧ ਹੁੰਦਾ। ਸਹਿਜ ਪਾਠ ਕਰੋ, ਬਾਣੀ ਪੜੋ। ਜਿਹੜੇ ਪਿਆਰਿਆਂ ਨੂੰ, ਜਿਹੜੇ ਮਾਤਾ ਭੈਣਾਂ ਨੂੰ, ਭਰਾਵਾਂ ਨੂੰ ਸੈਂਚੀਆਂ ਚਾਹੀਦੇ ਨੇ, ਉਹ ਵੀ ਉਹਨਾਂ ਨੂੰ ਮਿਲ ਜਾਣਗੀਆਂ। ਬਸ ਸਹਿਜ ਪਾਠ ਕਰੋ। ਤੁਸੀਂ ਆ ਕੇ ਮਿਲ ਕੇ ਸੈਂਚੀਆਂ ਵੀ ਲੈ ਸਕਦੇ ਹੋ, ਪੋਥੀ ਸਾਹਿਬ ਵੀ ਲੈ ਸਕਦੇ ਹੋ। ਆਓ ਇੱਕ ਕਵਿਤਾ ਵਾ, ਉਹ ਆਪਾਂ ਕਵਿਤਾ ਪੜ੍ਹ ਲਈ ਸਿਰਫ 3 ਮਿੰਟ, ਫਿਰ ਉਸ ਤੋਂ ਬਾਅਦ ਆਪਾਂ ਆਨੰਦ ਸਾਹਿਬ ਪੜ੍ਹ ਕੇ ਹੁਕਮਨਾਮੇ ਸੁਣ ਕੇ ਫਿਰ ਆਪਣੇ ਘਰਾਂ ਚਾਲੇ ਪਾਈਏ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। 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 ਸਮੇਂ ਨੇ ਵੀ ਅੱਖਾਂ ਫੇਰੀਆਂ, ਫੁੱਲਾਂ ਨਾਲ
ਨਾਲ ਰੁੱਸ ਗਈ ਬਹਾਰ। ਸਮੇਂ ਨੇ ਵੀ ਅੱਖਾਂ ਫੇਰੀਆਂ ਹੋਇਆ ਕਿ ਫੁੱਲਾਂ ਨਾਲ ਰੁੱਸ ਗਈ ਬਹਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। 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 ਉਂਗਲੀ ਲਾ ਤੁਰਿਆ ਛੋਟੀ ਜਿੰਦਾਂ ਤੇ ਬਾਲ ਨਿਆਣੇ। ਉਂਗਲੀ ਲਾ ਤੁਰਿਆ ਛੋਟੀਆਂ ਜਿੰਦਾਂ ਤੇ ਬਾਲ ਨਿਆਣੇ। ਵੀਰਾਂ ਨਾਲੋਂ ਵੀਰ ਵਿਛੜੇ ਮਾਲਾ ਟੁੱਟ ਗਈ ਕਿਲਰ ਗਏ ਤਾਣੇ। ਵੀਰਾਂ ਨਾਲੋਂ ਵੀਰ ਵਿਛੜੇ ਉਹ ਮਾਲਾ ਟੁੱਟ ਗਈ ਖਿਲਰ ਗਏ ਦਾਣੇ। ਤੁਰਿਆ ਆਨੰਦਪੁਰੀਓਂ ਤੁਰਿਆ ਆਨੰਦਪੁਰੀਓਂ ਲੈ ਕੇ ਖਾਫਲ ਜਕਾਫਲ ਸਹਾਰਾ। ਕਲਗੀਆਂ ਵਾਲੇ ਦਾ ਹੋਇਆ ਖੇਰੂ ਖੇਰੂ ਹੋ ਗਿਆ ਪਰਿਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਉਹ ਦੇਖੋ ਪਰਿਵਾਰ ਉਹਦੇ ਤੇ ਕਿਵੇਂ ਬਿਜਲੀ ਕੜਕ ਕੇ ਪਈ। ਦੇਖੋ ਪਰਿਵਾਰ ਉਹਦੇ ਤੇ ਹੋ ਕਿਵੇਂ ਬਿਜਲੀ ਕੜਕ ਕੇ ਪਈ। ਉਹ ਦਾਦੀ ਦਾ ਨਾ ਪਤਾ ਲੱਗਦਾ ਲੈ ਕੇ ਪੁੱਤਰ ਕਿਧਰ ਨੂੰ ਗਈ। ਉਹ ਦਾਦੀ ਦਾ ਨਾ ਪਤਾ ਲੱਗਦਾ ਲੈ ਕੇ ਪੁੱਤਰੇ ਕਿਧਰ ਨੂੰ ਗਈ। ਜੋਰਾਵਰ ਫਤਿਹ ਸਿੰਘ ਨੂੰ ਵਾਜਾ ਮਾਰਦੇ ਅਜੀਤ ਤੇ ਜੁਝਾਰ। ਜੋਰਾਵਰ ਫਤਿਹ ਸਿੰਘ ਨੂੰ ਵਾਜਾ ਮਾਰਦੇ ਅਜੀਤ ਤੇ ਜੁਝਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਅੱਖੀਆਂ ਦੇ ਤਾਰਿਆਂ ਨੂੰ 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 ਅੱਖੀਆਂ ਦੇ ਸਾਵੇਂ ਸ਼ਹੀਦ ਕਰਾਇਆ। ਅੱਖੀਆਂ ਦੇ ਤਾਰਿਆਂ ਨੂੰ ਅੱਖੀਆਂ ਦੇ ਸਾਵੇਂ ਸ਼ਹੀਦ ਕਰਵਾਇਆ। ਕਿੰਨੀਆਂ ਮੁਸੀਬਤਾਂ ਆਈਆਂ ਹੰਝੂ ਇੱਕ ਵੀ ਅੱਖੀਆਂ ਚੋਂ ਨਾ ਆਇਆ। ਕਿੰਨੀਆਂ ਮੁਸੀਬਤਾਂ ਆਈਆਂ ਹੰਝੂ ਇੱਕ ਵੀ ਅੱਖੀਆਂ
ਚੋ ਨਾ ਆਇਆ। ਦੇਖੋ ਸਾਧ ਸੰਗਤ ਕਿੰਨੀਆਂ ਮੁਸੀਬਤਾਂ ਆਈਆਂ, ਰੋਏ ਕੁਰਲਾਏ ਨਹੀਂ, ਤਰਲੇ ਨਹੀਂ ਪਾਏ, ਭਾਣਾ ਮੰਨ ਕੇ ਚੱਲੇ। ਆਪਣੀ ਜ਼ਿੰਦਗੀ 'ਚ ਕਿਹੜੀਆਂ ਮੁਸੀਬਤਾਂ ਨੇ? ਕੁਝ ਵੀ ਨਹੀਂ, ਉਸ ਬਰਾਬਰ ਤਾਂ ਕੋਈ ਮੁਸੀਬਤ ਨਹੀਂ ਨਾ। ਫਿਰ ਵੀ ਅਸੀਂ ਰੋਣਾ ਪਿੱਟਾ ਸਾਡੇ ਕਿਉਂ ਚੱਲਦਾ ਰਹਿੰਦਾ ਜ਼ਿੰਦਗੀ? ਖੁਸ਼ ਰਹੋ ਜਿੰਨਾ ਹੈ ਜ਼ਿੰਦਗੀ ਦੇ ਵਿੱਚ, ਉਸ ਨਾਲ ਖੁਸ਼ ਰਹੋ। ਅੱਗੇ ਜਾ ਕੇ ਕੁਝ ਨਹੀਂ ਪਤਾ ਕਦੋਂ ਪਲੜਾ ਬਦਲ ਜਾਣਾ, ਕਿਹੜਾ ਪਲੜਾ ਭਾਰੀ ਹੋ ਜਾਣਾ, ਇਨਸਾਨ ਦੀ ਜ਼ਿੰਦਗੀ ਕਿੱਧਰ ਨੂੰ ਚਲ ਜਾਣੀ। ਅਮੀਰ ਤੋਂ ਗਰੀਬ, ਗਰੀਬ ਤੋਂ ਅਮੀਰ ਹੋ ਜਾਏ। ਦਿਮਾਗ ਹਮੇਸ਼ਾ ਹੀ ਫਕੀਰਾਂ ਵਰਗਾ ਰੱਖੋ ਕਿ ਜਿਸ ਟਾਈਮ ਵਿੱਚ ਅਗਰ ਸਾਡੇ ਕੋਲ ਅੱਜ ਪੈਸਾ ਹੈ ਤਾਂ ਕੱਲ ਨੂੰ ਨਾ ਵੀ ਹੋਇਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ। ਅੱਜ ਹੈ ਤਾਂ ਵੀ ਖੁਸ਼ ਹਾਂ, ਨਾ ਵੀ ਹੋਊਗਾ ਤਾਂ ਵੀ ਖੁਸ਼ ਹਾਂ। ਬੱਚਾ, ਕੋਈ ਇਨਸਾਨ ਹਾਈਟ ਛੋਟੀ ਹੈ ਤਾਂ ਵੀ ਖੁਸ਼ ਹੈ, ਕਿਸੇ ਦੀ ਹਾਈਟ ਵੱਡੀ ਹੈ ਤਾਂ ਵੀ ਖੁਸ਼ ਹੈ। ਬੱਚਾ ਵਿਆਹ ਹੋ ਰਿਹਾ ਤਾਂ ਵੀ ਖੁਸ਼ ਹੈ, ਨਹੀਂ ਹੋਇਆ ਤਾਂ ਵੀ ਖੁਸ਼ ਹੈ। ਅੱਗੇ ਜਨਰੇਸ਼ਨ ਵਧੀ ਤਾਂ ਵੀ ਖੁਸ਼ ਹੈ, ਨਹੀਂ ਵਧ ਰਹੀ ਤਾਂ ਵੀ ਖੁਸ਼ ਹੈ। ਉਹ ਭਾਣਾ, ਉਸ ਅਕਾਲ ਪੁਰਖ ਦਾ ਭਾਣਾ, ਉਸ ਕਲਗੀਆਂ ਵਾਲੇ ਦੇ ਪਰਿਵਾਰ ਵਾਰਾਂ ਨਾਲ, ਬਲਕਿ ਪੁੱਤ ਨਾ ਹੋਵੇ ਉਹਦੇ ਨਾਲ ਵੇਖੋ ਕਿੰਨਾ ਦੁਖਦਾਈ ਹੈ ਕਿ ਪੁੱਤ ਹੋਵੇ ਤਾਂ ਉਹਨਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਕਰੋ, ਉਹਦੇ ਨਾਲੋਂ ਤੇ ਜ਼ਿਆਦਾ ਔਖਾ ਨਹੀਂ। ਤੇ ਕਿਉਂ ਅਸੀਂ ਛੋਟੇ ਛੋਟੀਆਂ ਗੱਲਾਂ ਦੇ ਵਿੱਚ ਦੁਖੀ ਹੁੰਦੇ? ਜੋ ਹੈ ਸੰਸਾਰ ਦੇ ਵਿੱਚ, ਜੋ ਵੀ ਹੈ ਸਾਡੇ ਕੋਲ, ਜਿੰਨਾ ਵੀ ਹੈ ਉਸ ਦੇ ਵਿੱਚ ਖੁਸ਼ ਰਹੀਏ। ਅੱਗੇ ਵਧਾਓ, ਜ਼ਰੂਰ ਵਧਾਉਣ ਦੀ ਪੂਰੀ ਕੋਸ਼ਿਸ਼ ਕਰੋ, ਪੈਸਾ ਕਮਾਓ ਜਿੰਨਾ ਕਮਾ ਸਕਦੇ, ਪਰ ਰੋਣਾ ਨਹੀਂ ਕਿ ਉਸ ਤੋਂ ਬਿਨਾਂ ਨਹੀਂ ਮੇਰਾ ਸਰਨਾ। ਹਰ ਇੱਕ ਚੀਜ਼ ਤੋਂ ਬਿਨਾਂ ਸਰ ਜਾਂਦਾ ਜ਼ਿੰਦਗੀ ਦੇ ਵਿੱਚ, ਪਰ ਕਿਹੜੀ ਚੀਜ਼ ਤੋਂ ਬਿਨਾਂ ਇਨਸਾਨ ਨੇ ਸਾਰਨਾ ਨਹੀਂ ਸਾਰਨਾ, ਉਹ ਇਨਸਾਨ ਤੇ ਖੁਦ ਤੇ ਡਿਪੈਂਡ ਕਰਦਾ। ਕਿੰਨੀਆਂ ਮੁਸੀਬਤਾਂ ਆਈਆਂ ਜੋ ਇੱਕ ਵੀ ਅੱਖੀਆਂ ਚੋਂ ਨਾ ਆਇਆ। ਕਿੰਨੀਆਂ ਮੁਸੀਬਤਾਂ ਆਈਆਂ ਹੰਝੂ ਇੱਕ ਵੀ ਅੱਖੀਆਂ ਚੋਂ ਨਾ ਆਇਆ। ਦੋ ਚਮਕੌਰ ਦੀ ਘੜੀ, ਦੋ ਚਮਕੌਰ ਦੀ ਘੜੀ, ਦੋ ਚਿੰਨ ਗਏ ਵਿੱਚ ਦੀਵਾਰ। ਦੋ ਚਮਕੌਰ ਦੀ ਘੜੀ, ਦੋ ਚਿੰਨ ਗਏ ਵਿੱਚ ਦੀਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਨੰਗੇ ਪੈਰੀ ਫਿਰ ਫਿਰ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ। ਨੰਗੇ ਪੈਰੀ ਫਿਰ ਫਿਰ ਕੇ ਪੈ ਗਏ ਪੈਰਾਂ ਵਿੱਚ ਛਾਲੇ। ਤੇਗ ਉਹਦੀ ਪੰਨੇ ਆਕੜਾ, ਬੱਦੇ ਵਿੱਚ ਇਸ਼ੂਕ ਦੇ ਨਾਗ ਕਾਲੇ। ਤੇਗ ਉਹਦੀ ਪੰਨੇ ਆਕੜਾ, ਬੱਦੇ ਵਿੱਚ ਹੀ ਸ਼ੂਕ ਦੇ ਨਾਗ ਕਾਲੇ। ਕੰਡਿਆਂ ਤੇ ਆ ਕੇ ਸੌ ਗਿਆ, ਛਾਤੀ ਉੱਤੇ ਰੱਖ ਕੇ ਤਲਵਾਰ। ਕੰਡਿਆਂ ਤੇ ਆ ਕੇ ਸੌ ਗਿਆ, ਛਾਤੀ ਉੱਤੇ ਰੱਖ ਕੇ ਤਲਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। ਬਾਜਾਂ ਵਾਲੇ ਗੁਰੂ ਨਿਰਛਲ, ਬੜੇ ਕੌਮ ਲਈ ਦੁਖੜੇ ਸਹਾਰੇ। ਬਾਜਾਂ ਵਾਲੇ ਗੁਰੂ ਨਿਰਛਲ, ਬੜੇ ਕੌਮ ਲਈ ਦੁਖੜੇ ਸਹਾਰੇ। ਦੁੱਖਾਂ ਦੀ ਕਹਾਣੀ ਸੁਣ ਕੇ, ਉਹ ਦੁੱਖਾਂ ਦੀ ਕਹਾਣੀ ਸੁਣ ਕੇ ਰੋ ਪਏ ਅੰਬਰ ਤੇ ਸਾਰੇ ਤਾਰੇ। ਦੁੱਖਾਂ ਦੀ ਕਹਾਣੀ ਸੁਣ ਕੇ
ਅੰਬਰ ਤੇ ਤਾਰੇ। ਪੁੱਤਰਾਂ ਦੀਆਂ ਲਾਛਾਂ ਉੱਤੇ ਕੀਤਾ ਪੰਥ ਦਾ ਮਹਿਲ ਤਿਆਰ। ਪੁੱਤਰਾਂ ਦੀਆਂ ਲਾਸ਼ਾਂ ਉੱਤੇ ਕੀਤਾ ਪੰਥ ਦਾ ਮਹਿਲ ਤਿਆਰ। ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋ ਗਿਆ ਪਰਿਵਾਰ। 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 ਆਓ ਸਾਸ ਹੁਣ ਸਮਾਪਤੀ ਕਰੀਏ। ਪਰ ਫਿਰ ਵੀ ਸਿੱਖ ਕੌਮ ਦੇ ਇਤਿਹਾਸ ਜਿੰਨਾ ਵੀ ਰਚਿਆ ਗਿਆ ਹੈ ਉਹ ਸਮੇਂ ਦੇ ਹਿਸਾਬ ਨਾਲ ਉਲਟਾ ਹੀ ਰਿਹਾ ਹੈ। ਮੌਸਮ ਦੇ ਹਿਸਾਬ ਨਾਲ ਵੀ ਕਹਿ ਸਕਦੇ ਹਾਂ। ਗਰਮੀਆਂ ਦੇ ਵਿੱਚ ਤੱਤੀ ਤਵੀ ਤੇ ਬਿਠਾਇਆ ਗਿਆ, ਬਲਕਿ ਗਰਮੀਆਂ ਦੇ ਵਿੱਚ ਆਪਾਂ ਠੰਡੀ ਚੀਜ਼ ਨੂੰ ਮਹਿਸੂਸ ਕਰਨਾ ਪਸੰਦ ਕਰਦੇ ਹਾਂ ਔਰ ਸਰਦੀਆਂ ਦੇ ਵਿੱਚ ਆਪਾਂ ਗਰਮ ਚੀਜ਼ ਨੂੰ ਮਹਿਸੂਸ ਕਰਨਾ ਪਸੰਦ ਕਰਦੇ ਹਾਂ। ਪਰ ਗਰਮੀਆਂ ਦੇ ਵਿੱਚ ਤੱਤੀ ਤਵੀ ਤੇ ਬਿਠਾਇਆ ਗਿਆ, ਸਰਦੀਆਂ ਦੇ ਵਿੱਚ ਠੰਡੇ ਬੁਰਜ ਤੇ ਬਿਠਾਇਆ ਗਿਆ। ਸਰਸਾ ਨਦੀ ਪਾਰ ਕਰਨੀ ਪਈ, ਕਿੰਨੀਆਂ ਸ਼ਹੀਦੀਆਂ ਕਰਨੀਆਂ ਪਈਆਂ। ਸਾਧ ਸੰਗਤ ਜਿਹੜਾ ਧਰਮ ਦਾ ਵਿਸ਼ਾ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਧਰਮੀ ਬਣਨਾ ਤੇ ਆਪਣੇ ਆਪ ਨੂੰ ਚੰਗਾ ਕਰੋ, ਵੱਧ ਤੋਂ ਵੱਧ ਹਰ ਇੱਕ ਦੀ ਇੱਜ਼ਤ ਕਰੋ। ਮਰਦ ਔਰਤ ਦੀ, ਔਰਤ ਮਰਦ ਦੀ ਇੱਜ਼ਤ ਕਰੋ। ਹਰ ਇੱਕ ਇਨਸਾਨ ਦੀ, ਹਰ ਇੱਕ ਜੀਵ ਦੀ ਇੱਜ਼ਤ ਕਰੋ। ਆਪਾਂ ਕਈ ਵਾਰੀ ਗੱਲ ਕਰਦੇ ਕਰਦੇ ਕਈ ਸਿਆਣੇ ਹੁੰਦੇ ਨੇ, ਜਿਹੜੇ ਸਿਆਣੇ ਹੁੰਦੇ ਨੇ ਉਹ ਕਹਿੰਦੇ ਨੇ ਕਈ ਵਾਰੀ ਕਹਿੰਦੇ ਨੇ ਇਨਸਾਨ ਦੀ ਔਰ ਜਾਨਵਰ ਦੀ ਤੁਲਨਾ ਕਰਦੇ ਨੇ। ਕਹਿੰਦੇ ਲੈ ਤੂੰ ਇਨਸਾਨ ਦੇ ਨਾਲ ਜਾਨਵਰ ਦੀ ਤੁਲਨਾ ਕਰਨ ਲੱਗ ਵੀ ਜੀਵ ਨਹੀਂ, ਜੀਵ ਦੇ ਨਾਲ ਕਿਸੇ ਵੀ ਜੀਵ, ਇੱਕ ਜੀਵ ਦੀ ਦੂਸਰੇ ਕਿਸੇ ਵੀ ਜੀਵ ਨਾਲ ਤੁਲਨਾ ਕਰ ਸਕਦੇ। ਕਿਸ ਤੁਲਨਾ ਦੇ ਉੱਪਰ ਡਿਪੈਂਡ ਕਰਦੇ ਵੀ ਤੁਲਨਾ ਕਿਵੇਂ ਦੀ। ਆਪਾਂ ਐਗਜ਼ਾਮਪਲ ਆਪਾਂ ਉਸ ਦਾ ਭਾਵ ਅਰਥ ਸਮਝਣਾ। ਹਰ ਇੱਕ ਜੀਵ ਦੀ ਇੱਜ਼ਤ ਕਰੀਏ। ਸਿਰਫ ਇਨਸਾਨ ਇੱਜ਼ਤ ਲਈ ਨਹੀਂ ਬੈਠਾ ਹੈਗਾ ਇਸ ਦੁਨੀਆ ਦੇ ਵਿੱਚ, ਹਰ ਇੱਕ ਜੀਵ ਇੱਜ਼ਤ ਲਈ ਬੈਠਾ। ਹਰ ਇੱਕ ਜੀਵ ਨੂੰ ਇੱਜ਼ਤ ਦੀ ਲੋੜ ਆ। ਕੁੱਤਿਆਂ ਨੂੰ ਆਪਾਂ ਲੱਤਾਂ ਪੈਰਾਂ ਮਾਰਦੇ ਆ, ਡੰਡੇ ਮਾਰਦੇ ਆ, ਉਹ ਕੋਈ ਇਨਸਾਨਾਂ ਵਾਲੀ ਗੱਲ ਨਹੀਂ ਹੁੰਦੀ, ਮੂਰਖਤਾ ਵਾਲੀ ਗੱਲ ਹੁੰਦੀ। ਇਸੇ ਤਰ੍ਹਾਂ ਹੀ ਹਰ ਇੱਕ ਜੀਵ ਦੀ ਇੱਜ਼ਤ ਕਰੀਏ। ਪਾਤਸ਼ਾਹ ਨੇ ਆਪਾਂ ਨੂੰ ਇੱਜ਼ਤ ਕਰਨੀ ਸਿਖਾਈ ਹੈ, ਇੱਜ਼ਤ ਲੈਣੀ ਸਿਖਾਈ। ਆਪਣਾ ਪਰਿਵਾਰ ਵਾਰ ਕੇ ਸਾਨੂੰ ਉਹ ਚੀਜ਼ਾਂ ਦਿੱਤੀਆਂ ਨੇ ਜਿਹੜੀਆਂ ਚੀਜ਼ਾਂ ਕੋਈ ਨਾ ਦੇ ਸਕੇ, ਨਾ ਕੋਈ ਖੋ ਸਕਦਾ। ਸੋ ਕੋਸ਼ਿਸ਼ ਕਰੀ ਕਿ ਆਪਾਂ ਵੀ ਸਿੱਖੀ ਸਰੂਪ ਦੇ ਵਿੱਚ ਆਈਏ, ਬਾਣੀ ਤੇ ਬਾਣੇ ਨਾਲ ਜੁੜੀਏ, ਤਾਂ ਜੋ ਕਿ ਆਪਾਂ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰ ਸਕੀਏ। ਖੁਸ਼ੀਆਂ ਕਿਵੇਂ? ਫਿਰ ਉਸ ਦਾ ਗਿਆਨ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗਿਆਨ ਲੈਣਾ, ਉਸ ਨੂੰ ਸਮਝਣਾ। ਜਿੰਨਾ ਵੱਧ ਤੋਂ ਵੱਧ ਆਪਣਾ ਮਾਈਂਡ ਅਪਗ੍ਰੇਡ ਕਰਾਂਗੇ ਉਹਨਾਂ ਵੱਧ ਤੋਂ ਵੱਧ ਸਮੇਂ ਦੇ ਹਿਸਾਬ ਨਾਲ ਆਪਣੇ ਮਾਈਂਡ ਨੂੰ ਬਦਲਣਾ ਹੀ ਪੈਂਦਾ। ਸੋ ਆਓ ਹੁਣ ਆਨੰਦ ਸਾਹਿਬ ਪੜ੍ਹੀਏ, ਸਮਾਪਤੀ ਕਰੀਏ। ਸਮਾਂ ਬਹੁਤ ਹੋ ਗਿਆ। राम कली महला तीजा ना देखो कार, सतगुरु प्रसाद आनंद पया मेरी माए, सतगुरु में पाया। सतगुरु पाया सहज केसी मत बदिया बनाया। सागर बन परवार परिया, सावन का बढ़िया। ताला वो हरी तेरा मन में बसाया। नानक नंद हुआ, सतगुरु में पाया।
क्या नहीं करते रे। करता तेरे सब किछ है जिसके तो पावे सदा सिर सलाह तेरी नाम मन मुतावे। नाम जिनके मन बसिया वाजे शब्द तेरे कहे नानक सच्चे साहिब क्या नहीं करते रे साचा। नाम मेरा राधारो साथ नाम राधा मेरा दिल पुकारा भगवानिया हर बात सुख मन आए त्याग नहीं नाम पुजारिया। सागर पार की सागर विच हो नित्याय वंदियाया कहे नानक सुनो सबका शब्द करो मेरा रो साचा। नाम मेरा राधारो बाजे सत शब्द बिन कर सभागे सारे भाग्य शब्द आते कला जित करतारिया। दूध दूध वासे कीते काल कंठ कुमारिया कर्म माया दुर्दिन बोले मार के आगे। नानक कह चितो आदित तारे अनहद वाजे मन में सुनो बड़ भागियो मन में मनोरथ पूरे। नाम रंग सब पाया उतरे सगल बतूरे उसे रोग संताप उतरे बड़ी शक्ति पानी। साजन पे तरते फूले गुर के जारी गुण पे पवित रहते पवित सतगुर रहया भरपूर। बिन मंत नाय गुर चरण लागे बाटे अनहद सुरे पवन गुरु पानी पिता मामा सर्वोपरि। रात होए जाई जाया दिले सगले जगत करदी आपो अपनी के नेड़े के दूर के मुख उजले खेती छुट्टी नार वाहिगुरु जी का खालसा वाहिगुरु जी की फतेह। तिलंग महला चौथा हर किया कथा कहानियां गुरमीत सुनाया बलिहारी गुर अपने गुर को बल जाइया हर किया कथा कहानियां गुरमीत सुनाया बलिहारी गुर अपने गुर को बल जाइया आए मिले गुर सिख आए मिल तू मेरे गुरु के प्यारे रहाओ हर के गुण हर पाव दे से गुरु ते पाए जिन गुर का पाना मन्या तिन कुम कुम जाए जिन सतगुर प्यारा देखिया तिन को हों बारी जिन गुर की कीती चाकरी तिन साध बलिहारी हर हर तेरा नाम है दुख मेटन हारा गुर सेवा ते पाइए गुरमुख निस्तारा जो हर नाम ते आए दे ते
ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੜਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਪਾਈਆ ਹਰ ਦਰਗਹਿ ਪਹਿਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਤੇ ਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨਕੇ ਚਰਨ ਪਖਾਲ ਦੇ ਤੂੜੇ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਇਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਤਾਰੇ ਤਿਨ ਜਮ ਨੇੜ ਨਾ ਆਵਈ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਣੀਆ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੋ ਗੁਰ ਵਿਟੋ ਸਦਵਾਰਿਆ ਜਿਨ ਦਿੜਤਾ ਨਾਓ ਸੋ ਧਨ ਗੁਰੂ ਸਾਬਾਸ ਹੈ ਹਰ ਦੇਸ ਨੇ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨੇ ਸੁਣ ਸਿੱਖਾਂ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕੋ ਕਿਤ ਵਿਦ ਜਾਈਐ
खर्च ले जाइए जिन गुरमुख हर आराध्या से साहवड़ दाणे हाँ सतगुर को सदवारिया गुर बचन समाणे तू ठाकर तू साहिबो तू है मेरा मीरा तुद पावे तेरी बंदगी तू गुणी गहीरा आपे हर एक रंग है आपे बहुरंगी जो तिस पावे नानका साई गल चंगी आपे हर एक रंग है आपे बहुरंगी जो तिस पावे नानका साई गल चंगी। वाहिगुरु जी का खालसा वाहिगुरु जी की फतेह।